ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਦੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 10 ਅਗਸਤ ਦੇ ਕਰੰਟ ਅਫੇਅਰ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀਨਸ ਰਮਨਦੀਪ ਕੌਰ। ਠੀਕ ਹੈ ਜੀ, ਜਿਹੜੇ ਵੀ ਤੁਸੀਂ ਕੰਪੀਟੀਸ਼ਨ ਐਗਜ਼ਾਮ ਦੀ ਕਿਸੇ ਦੀ ਵੀ ਤਿਆਰੀ ਕਰ ਰਹੇ ਹੋ ਉਹਦੇ ਲਈ ਤੁਸੀਂ ਫਨਕਾਰ ਸਰ ਦੀਆਂ ਵੀਡੀਓਜ਼ ਵੀ ਚੈੱਕਆਊਟ ਕਰ ਸਕਦੇ ਹੋ। ਅਨਅਕੈਡਮੀ ਐਪ ਹੈ, ਇੱਕ ਲਰਨਿੰਗ ਐਪ ਹੈ, ਉਹਨਾਂ ਦੀ ਲਾਈਵ ਕਲਾਸਿਸ ਵੀ ਆਉਂਦੀਆਂ ਨੇ ਤੇ ਫ੍ਰੀ ਆਫ ਕਾਸਟ ਵੀ ਬਹੁਤ ਸਾਰੀਆਂ ਕਲਾਸਿਸ ਉਹਦੇ 'ਤੇ ਪਈਆਂ ਨੇ। ਠੀਕ ਹੈ ਜੀ, ਤੇ ਉਹ ਤੁਸੀਂ ਉਹਨਾਂ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਚੈੱਕਆਊਟ ਕਰ ਸਕਦੇ ਹੋ। ਇੰਪੋਰਟੈਂਟ ਡੇਜ਼ ਤੋਂ ਆਪਾਂ ਨਿਊਜ਼ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਇੰਪੋਰਟੈਂਟ ਡੇਜ਼ ਆਉਂਦੇ ਨੇ। ਇੰਪੋਰਟੈਂਟ ਡੇਜ਼ ਤੋਂ ਕੁਐਸਚਨ ਜਿਵੇਂ ਤੁਹਾਨੂੰ ਪਤਾ ਹੀ ਹੈ ਪੇਪਰ 'ਚ ਆ ਜਾਂਦਾ। ਠੀਕ ਹੈ, 9 ਅਗਸਤ ਤੋਂ ਕਰਨਾ ਆਪਾਂ। 9 ਅਗਸਤ ਨੂੰ ਵਰਲਡ ਟਰਾਈਬਲ ਡੇ ਮਨਾਇਆ ਜਾਂਦਾ ਹੈ। ਕਿਹੜਾ ਡੇ ਮਨਾਇਆ ਜਾਂਦਾ? ਵਰਲਡ ਟਰਾਈਬਲ ਡੇ। ਟਰਾਈਬਸ ਹੁੰਦੇ ਨੇ ਕਬੀਲੇ ਵਾਲੇ ਲੋਕਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਦੇ ਰਾਈਟਸ ਨੂੰ ਉਹਨਾਂ ਨੂੰ ਦਿਵਾਉਣ ਦੇ ਲਈ ਇਹ ਜਿਹੜਾ ਡੇ ਹੈ ਸੈਲੀਬ੍ਰੇਟ ਕੀਤਾ ਜਾਂਦਾ। ਟਰਾਈਬਲ ਡੇ ਯਾਦ ਰੱਖਣਾ ਧਿਆਨ ਨਾਲ। ਥੀਮ, ਅੱਛਾ ਹੁਣ ਇਹਦਾ ਥੀਮ ਕੀ ਹੈ? COVID-19 ਐਂਡ ਇੰਡੀਜੈਨਸ ਪੀਪਲ ਰੈਸੀਲੈਂਸ। ਇਹ ਯਾਦ ਰੱਖ ਲਿਓ। ਦੇਖੋ ਜਿਹੜੇ ਵੱਡੇ ਥੀਮਸ ਹੁੰਦੇ ਨੇ ਨਾ ਕਿਸੇ ਵੀ ਡੇਜ਼ ਦੇ, ਉਹ ਰੱਟੇ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ 'ਤੇ, ਉਹ ਰੈਪੀਟੀਸ਼ਨ ਨਾਲ ਆਪੇ ਹੀ ਯਾਦ ਹੋ ਜਾਂਦੇ ਆ। ਇੱਕ ਦੋ ਵਾਰ ਰਿਪੀਟ ਦੇ ਲਓਗੇ, ਉਹਨਾਂ ਨੂੰ ਰਿਪੀਟ ਕਰ ਲਓਗੇ ਤਾਂ ਉਹ ਆਪੇ ਹੀ ਯਾਦ ਹੋ ਜਾਣਗੇ। ਠੀਕ ਹੈ, ਰੱਟੇ ਮਾਰਨ ਦੀ ਜ਼ਰੂਰਤ ਨਹੀਂ ਹੁੰਦੀ। ਹਾਂਜੀ, ਹੁਣ ਪ੍ਰੀਵੀਅਸ ਡੇਜ਼ ਦੇ ਵਿੱਚ ਜਿੰਨੇ ਵੀ ਕੁਐਸਚਨ ਆਏ ਨੇ ਆਪਾਂ ਉਹ ਸਾਰੇ ਰਿਵਾਈਜ਼ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰੀਏ ਜੇ 1 ਅਗਸਤ ਦੀ। 1 ਅਗਸਤ ਨੂੰ ਕਿਹੜਾ ਡੇ ਮਨਾਇਆ ਜਾਂਦਾ? ਮੁਸਲਿਮ ਵਿਮਨ ਰਾਈਟ ਡੇ। ਮੁਸਲਿਮ ਵਿਮਨ ਰਾਈਟ ਡੇ ਕਦੋਂ ਮਨਾਇਆ ਜਾਂਦਾ? 1 ਅਗਸਤ ਨੂੰ। ਇਸ ਤੋਂ ਬਾਅਦ ਜੇ ਮੈਂ 3 ਅਗਸਤ ਦੀ ਗੱਲ ਕਰਾਂ, 3 ਅਗਸਤ ਨੂੰ ਮਨਾਇਆ ਜਾਂਦਾ ਜੀ ਵਰਲਡ ਸੰਸਕ੍ਰਿਤ ਡੇ। ਸੰਸਕ੍ਰਿਤ ਡੇ ਕਦੋਂ ਮਨਾਇਆ ਜਾਂਦਾ ਹੈ? 3 ਅਗਸਤ ਨੂੰ। ਠੀਕ ਹੈ, ਇਸ ਤੋਂ ਇਲਾਵਾ ਆਪਾਂ 2 ਵੀਕਸ ਕੀਤੇ ਸੀਗੇ। ਵੀਕ ਵੀ ਤੁਹਾਨੂੰ ਯਾਦ ਹੋਣੇ ਚਾਹੀਦੇ ਨੇ ਕਿਉਂਕਿ ਵੀਕਸ ਤੋਂ ਕੁਐਸਚਨ ਆ ਜਾਂਦਾ ਪੇਪਰ ਦੇ ਵਿੱਚ। 1 ਤੋਂ ਲੈ ਕੇ 7 ਅਗਸਤ ਤੱਕ ਹੈ ਜਿਹੜਾ ਵਰਲਡ ਬ੍ਰੈਸਟ ਫੀਡਿੰਗ ਡੇ ਵੀਕ ਮਨਾਇਆ ਜਾਂਦਾ। ਵਰਲਡ ਬ੍ਰੈਸਟ ਫੀਡਿੰਗ ਵੀਕ 2020 ਮਨਾਇਆ ਜਾਂਦਾ। ਠੀਕ ਹੈ, ਇਹਦੀ ਥੀਮ ਵੀ ਸੀਗੀ ਸਪੋਰਟ ਬ੍ਰੈਸਟ ਫੀਡਿੰਗ ਫॉर ਅ ਹੈਲਦੀਅਰ ਪਲੈਨਟ। ਠੀਕ ਹੈ, ਇਹ ਵੀ ਯਾਦ ਰੱਖਣਾ। ਹੁਣ ਜੇ ਵੀਕ ਦੀ ਗੱਲ ਆਈ ਹੀ ਹੈ ਤਾਂ ਇੱਕ ਹੋਰ ਵੀਕ ਆਪਾਂ ਇਹਦੇ ਤੋਂ ਰਿਵਾਈਜ਼ ਕਰ ਸਕਦੇ ਹਾਂ। 28 ਜੂਨ ਤੋਂ ਲੈ ਕੇ 12 ਜੁਲਾਈ ਤੱਕ, 12 ਜੁਲਾਈ 2020 ਤੱਕ ਇੱਕ ਸੰਕਲਪ ਪੁਰਬ ਮਨਾਇਆ ਗਿਆ ਸੀ। ਸੰਕਲਪ ਪੁਰਬ ਮਨਾਇਆ ਗਿਆ। ਇਹ ਕਾਹਦੇ ਲਈ ਮਨਾਇਆ ਗਿਆ ਸੀ ਸੰਕਲਪ ਪੁਰਬ? ਜਿਹੜੇ ਪਲਾਂਟੇਸ਼ਨ ਆਫ ਟਰੀਜ਼ ਮਤਲਬ ਦਰਖਤ ਲਗਾਉਣ ਦੇ ਲਈ, ਉਹਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਜਿਹੜਾ ਇਹ ਡੇ ਹੈ ਸੈਲੀਬ੍ਰੇਟ ਕੀਤਾ ਗਿਆ ਸੀ। ਹਾਂਜੀ, ਇਸ ਤੋਂ ਇਲਾਵਾ 6 ਅਗਸਤ, 9 ਅਗਸਤ ਤੇ 7 ਅਗਸਤ ਦੇ ਡੇਜ਼ ਵੀ ਆਪਾਂ ਯਾਦ ਕਰਨੇ ਆ। 6 ਅਗਸਤ ਬਹੁਤ ਇੰਪੋਰਟੈਂਟ ਡੇ ਹੈ। ਇਸ ਤਰੀਕ ਨੂੰ ਮਨਾਇਆ ਜਾਂਦਾ ਹੀਰੋਸ਼ੀਮਾ ਡੇ। ਹੀਰੋਸ਼ੀਮਾ ਤੁਹਾਨੂੰ ਪਤਾ ਜਾਪਾਨ ਦੇ ਵਿੱਚ ਹੈ। ਉੱਥੇ US ਨੇ ਪਰਮਾਣੂ ਹਮਲਾ ਕੀਤਾ ਸੀਗਾ, ਹੈ ਨਾ। ਜਿਹੜਾ ਇੱਥੇ ਬੰਬ ਸੁੱਟਿਆ ਸੀਗਾ ਹੀਰੋਸ਼ੀਮਾ ਡੇ ਦੇ ਉੱਤੇ, ਉਹ ਬੰਬ ਦਾ ਨਾਮ ਵੀ ਤੁਸੀਂ ਯਾਦ ਰੱਖਣਾ ਹੈ, ਲਿਟਲ ਬॉय। ਠੀਕ ਹੈ, ਉਸ ਤੋਂ ਬਾਅਦ 6 ਤਰੀਕ ਤੋਂ ਬਾਅਦ 9 ਨੂੰ ਦੁਬਾਰਾ ਤੋਂ ਹਮਲਾ ਕਰਤਾ ਸੀ, ਹੈ ਨਾ। ਉਹ ਜਿਹੜਾ ਹਮਲਾ ਕੀਤਾ 9 ਅਗਸਤ ਨੂੰ, ਉਹ ਕਿੱਥੇ ਕੀਤਾ ਸੀਗਾ? ਨਾਗਾਸਾਕੀ 'ਤੇ। ਤਾਂ ਇਸ 9 ਅਗਸਤ ਨੂੰ ਨਾਗਾਸਾਕੀ ਡੇ ਵੀ ਮਨਾਇਆ ਜਾਂਦਾ। ਹੁਣ ਦੇਖੋ 9 ਅਗਸਤ ਨੂੰ 2 ਡੇਜ਼ ਹੋ ਗਏ। ਇੱਕ ਤਾਂ ਵਰਲਡ ਟਰਾਈਬਲ ਡੇ ਹੋ ਗਿਆ, ਠੀਕ ਹੈ ਜੀ, ਇੱਕ ਹੋ ਗਿਆ ਆਪਣਾ ਨਾਗਾਸਾਕੀ ਡੇ। ਇਹ ਵੀ ਤੁਸੀਂ ਕੀ ਹੈ ਯਾਦ ਰੱਖਣਾ। ਅੱਛਾ, 7 ਅਗਸਤ ਨੂੰ ਇੱਕ ਹੋਰ ਡੇ ਮਨਾਇਆ ਜਾਂਦਾ। 7 ਅਗਸਤ ਮਨਾਇਆ ਜਾਂਦਾ ਨੈਸ਼ਨਲ ਹੈਂਡਲੂਮ ਡੇ। ਕਿਹੜਾ ਡੇ ਮਨਾਇਆ ਜਾਂਦਾ? ਨੈਸ਼ਨਲ ਹੈਂਡਲੂਮ ਡੇ। ਅੱਛਾ, ਪ੍ਰੀਵੀਅਸ ਹੁਣ ਜਿੰਨੇ ਵੀ ਹੋ ਗਏ ਸਾਰੇ ਦੇ ਸਾਰੇ ਤੁਸੀਂ ਰਿਵਾਈਜ਼ ਰੱਖਣੇ ਨੇ, ਭੁੱਲਣੇ ਨਹੀਂ ਹੈਗੇ। 8 ਅਗਸਤ ਦੀ ਜੇ ਮੈਂ ਗੱਲ ਕਰਾਂ 78th ਐਨੀਵਰਸਰੀ ਸੀ ਕਿਹਦੀ? ਕੁਇਟ ਇੰਡੀਆ ਮੂਵਮੈਂਟ ਦੀ, ਭਾਰਤ ਛੱਡੋ ਅੰਦੋਲਨ ਦੀ। ਠੀਕ ਹੈ ਜੀ, ਇਹਨਾਂ ਸਾਰੇ ਡੇਜ਼ ਦੀ ਡਿਟੇਲ ਹੈ ਜਿਹੜੀ ਪ੍ਰੀਵੀਅਸ ਲੈਕਚਰਸ ਦੇ ਵਿੱਚ ਕਰਵਾਈ ਹੋਈ ਹੈ, ਇਸ ਲਈ ਉਹਨਾਂ ਨੂੰ ਚੈੱਕਆਊਟ ਇੱਕ ਵਾਰ ਜ਼ਰੂਰ ਕਰ ਲਿਓ। ਠੀਕ ਹੈ ਜੀ, ਇਹ ਯਾਦ ਰੱਖਣਾ 9 ਅਗਸਤ ਨੂੰ ਵਰਲਡ ਟਰਾਈਬਲ ਡੇ ਹੈ। ਠੀਕ ਹੈ, ਅਤੇ 9 ਅਗਸਤ 1982 ਨੂੰ ਇਹ ਸ਼ੁਰੂ ਹੋਇਆ ਸੀਗਾ, ਇਹ ਵੀ ਯਾਦ ਰੱਖ ਲਿਓ। 9 ਅਗਸਤ 1982 ਨੂੰ ਇਹ ਸ਼ੁਰੂ ਹੋਇਆ ਸੀਗਾ UN ਦੀ ਪਹਿਲ ਦੇ ਨਾਲ। ਠੀਕ ਹੈ, ਇੱਕ ਟਰਾਈਬਸ ਦੇ ਰਿਲੇਟਡ ਇੱਕ ਸੰਮੇਲਨ ਹੋਇਆ ਸੀ 9 ਅਗਸਤ 1982 ਨੂੰ। ਟਰਾਈਬਸ ਦੇ ਰਿਲੇਟਡ UN ਦੀ ਪਹਿਲ ਦੇ ਨਾਲ ਇੱਕ ਕੀ ਹੋਇਆ ਸੀ? ਸੰਮੇਲਨ ਹੋਇਆ ਸੀਗਾ। ਬਟ ਜਿਹੜਾ ਇਹ ਡੇ ਆ ਪਰਟੀਕੂਲਰ ਵਰਲਡ ਟਰਾਈਬਲ ਡੇ, ਇਹ ਕਿਹੜੇ ਈਅਰ ਦੇ ਵਿੱਚ ਮਨਾਇਆ ਜਾਣਾ ਸਟਾਰਟ ਹੋਇਆ? 1994। ਦੇਖੋ 1982 ਦੇ ਵਿੱਚ ਤਾਂ ਉਹ ਸੰਮੇਲਨ ਹੋਇਆ ਸੀ, ਬਟ ਇਹ ਮਨਾਇਆ ਜਾਣਾ 1994 ਦੇ ਵਿੱਚ ਸਟਾਰਟ ਹੋਇਆ ਸੀਗਾ। ਯਾਦ ਰੱਖਣੇ ਸਾਰੇ ਦੇ ਸਾਰੇ ਡੇਜ਼। ਨੈਕਸਟ ਨਿਊਜ਼ ਉੱਤੇ ਮੂਵ ਔਨ ਕਰਦੇ ਹਾਂ। ਹਾਂਜੀ, ਅਗਲੀ ਨਿਊਜ਼ ਹੈਗੀ ਆਪਣੀ ਰੈਂਕਸ ਤੋਂ। ਰੈਂਕ ਵੀ ਯਾਦ ਰੱਖਣੇ ਨੇ, ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਪੱਕਾ ਹੀ ਆਉਂਦੇ ਨੇ, ਹੈ ਨਾ। ਬਲੂਮਬਰਗ ਦੀ ਰਿਪੋਰਟ ਆਈ ਹੈ, ਕਾਹਦੇ ਰਿਲੇਟਡ ਇਹ ਰਿਪੋਰਟ ਹੈ? ਰਿਚੈਸਟ ਪਰਸਨ ਮਤਲਬ ਅਮੀਰ ਵਿਅਕਤੀਆਂ ਦੇ ਰਿਲੇਟਡ ਹੈ। ਇਹਦੇ ਵਿੱਚ ਚੌਥੇ ਨੰਬਰ 'ਤੇ ਆਪਣੇ ਇੰਡੀਅਨ ਨੇ ਜਿਨ੍ਹਾਂ ਦਾ ਨਾਮ ਹੈ ਮੁਕੇਸ਼ ਅੰਬਾਨੀ। ਸਭ ਨੂੰ ਪਤਾ ਹੀ ਹੈ ਰਿਲਾਇੰਸ ਜੀਓ ਨਾਲ ਰਿਲੇਟਡ ਨੇ, ਹੈ ਨਾ। ਇਹ ਮੁਕੇਸ਼ ਅੰਬਾਨੀ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਦੇਖੋ ਹੁਣ ਵੇਰੀਅਸ ਲਿਸਟਸ ਆਉਣਗੀਆਂ ਅੱਗੇ, ਹੈ ਨਾ।
ਨਾ ਅਗਲੀਆਂ ਨਿਊਜ਼ ਦੇ ਵਿੱਚ ਵੀ ਮਤਲਬ ਫਰਦਰ ਡੇਜ਼ 'ਚ ਆਪਾਂ ਕਰਾਂਗੇ, ਤਾਂ ਉਹ ਰਿਪੋਰਟ ਜ਼ਰੂਰੀ ਨਹੀਂ ਹੈ ਜਿਵੇਂ ਬਲੂਮਬਰਗ ਦੀ ਹੈ ਉਹ ਕਿਸੇ ਹੋਰ ਦੀ ਰਿਪੋਰਟ ਹੋਊਗੀ, ਅਤੇ ਉੱਥੇ ਇਹਨਾਂ ਦਾ ਰੈਂਕ ਵੀ ਚੇਂਜ ਹੋ ਸਕਦਾ, ਚੌਥੇ ਦੀ ਜਗ੍ਹਾ 'ਤੇ ਕੋਈ ਹੋਰ ਰੈਂਕ ਹੋ ਸਕਦਾ, ਠੀਕ ਹੈ। ਤਾਂ ਤੁਸੀਂ ਕਿਵੇਂ ਯਾਦ ਰੱਖਣਾ, ਇੱਕ ਤਾਂ ਰਿਪੋਰਟ ਦਾ ਨਾਮ ਯਾਦ ਰੱਖਣਾ, ਇੱਕ ਉਹ ਰਿਚੈਸਟ ਪਰਸਨ ਦਾ ਨਾਮ ਪਲੱਸ ਉਹਦਾ ਰੈਂਕ, 3 ਚੀਜ਼ਾਂ ਯਾਦ ਰੱਖਣੀਆਂ ਨੇ ਇਹਦੇ 'ਚ, ਠੀਕ ਹੈ। ਅੱਛਾ, ਚੌਥਾ ਰੈਂਕ ਮੁਕੇਸ਼ ਅੰਬਾਨੀ ਦਾ, ਤਾਂ ਪਹਿਲੇ ਰੈਂਕ ਦੀ ਜੇ ਮੈਂ ਗੱਲ ਕਰਾਂ, ਪਹਿਲਾ ਰੈਂਕ ਹੈਗਾ ਜੀ ਜੈਫ ਬੈਜ਼ਸ। ਜੈਫ ਬੈਜ਼ਸ ਇਹ ਕੌਣ ਨੇ? CEO ਅਤੇ ਫਾਊਂਡਰ ਨੇ ਕਿਹਦੇ? ਐਮਾਜ਼ੋਨ ਦੇ। ਐਮਾਜ਼ੋਨ ਦੇ CEO ਅਤੇ ਫਾਊਂਡਰ ਨੇ, ਬਹੁਤ ਇੰਪੋਰਟੈਂਟ ਹੈ, ਟੌਪ 'ਤੇ ਨੇ, ਇਹ ਯਾਦ ਰੱਖਣਾ ਹੈ। ਦੂਜੇ ਨੰਬਰ ਦੀ ਜੇ ਮੈਂ ਗੱਲ ਕਰਾਂ, ਦੂਜਾ ਨੰਬਰ ਹੈ ਜੀ ਬਿਲ ਗੇਟਸ ਦਾ। ਬਿਲ ਗੇਟਸ ਦਾ, ਬਿਲ ਗੇਟਸ ਕੌਣ ਨੇ? ਫਾਊਂਡਰ ਨੇ, ਕਿਹਦੇ ਫਾਊਂਡਰ ਨੇ? ਮਾਈਕਰੋਸੋਫਟ ਦੇ। ਮਾਈਕਰੋਸੋਫਟ ਦੇ ਫਾਊਂਡਰ ਨੇ, ਠੀਕ ਹੈ। ਤੀਜੇ ਨੰਬਰ 'ਤੇ ਆ ਗਏ ਜੀ ਆਪਣੇ ਮਾਰਕ ਜ਼ਕਰਬਰਗ। ਇਹ ਕੌਣ ਨੇ ਹੁਣ? ਇਹ ਹੈਗੇ ਨੇ ਜੀ FB ਮਤਲਬ ਫੇਸਬੁੱਕ ਦੇ CEO ਅਤੇ ਫਾਊਂਡਰ। CEO ਵੀ ਇਹੀ ਨੇ ਅਤੇ ਫਾਊਂਡਰ ਵੀ ਇਹੀ ਨੇ। ਪਹਿਲੇ ਤਿੰਨੇ ਨਾਮ ਯਾਦ ਰੱਖਣੇ ਨੇ, ਪਹਿਲੇ 'ਤੇ ਜੈਫ ਬੈਜ਼ਸ, ਦੂਜੇ 'ਤੇ ਬਿਲ ਗੇਟਸ, ਤੀਜੇ 'ਤੇ ਮਾਰਕ ਜ਼ਕਰਬਰਗ, ਚੌਥੇ 'ਤੇ ਆਪਣੇ ਮੁਕੇਸ਼ ਅੰਬਾਨੀ। ਦੇਖੋ ਹੁਣ ਚਾਰਾਂ ਦੇ ਨਾਲ ਤੁਹਾਨੂੰ ਪਤਾ ਲੱਗ ਗਿਆ ਵੀ ਇਹ ਕਿਹਦੇ ਫਾਊਂਡਰ ਅਤੇ ਕੌਣ ਕਿਹਦਾ CEO ਹੈ। ਇਹਦੇ ਨਾਲ ਆਪਣਾ ਸਟੈਟਿਕ ਦਾ ਪਾਰਟ ਵੀ ਕਵਰ ਹੋ ਰਿਹਾ, ਠੀਕ ਹੈ, ਕਿਉਂਕਿ ਇਹ ਪੁੱਛਿਆ ਗਿਆ CEO ਜਿਹੜਾ ਜੈਫ ਬੈਜ਼ਸ ਤੋਂ ਕੁਐਸਚਨ ਹੈ ਨਾ ਕਿ ਕਿਹਦੇ ਫਾਊਂਡਰ ਹੈ, ਇਹ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਇਹ, ਤਾਂ ਯਾਦ ਰੱਖਿਓ। ਹਾਂਜੀ, ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਮੁਕੇਸ਼ ਅੰਬਾਨੀ। ਮੁਕੇਸ਼ ਅੰਬਾਨੀ ਦੀ ਜਿਹੜੀ ਹੈਗੀ ਆ 80+6 ਬਿਲੀਅਨ ਡਾਲਰ ਦੀ ਜਿਹੜੀ ਪ੍ਰੋਪਰਟੀ ਇਹਨਾਂ ਨੇ ਮਤਲਬ ਕਵਰ ਕੀਤੀ ਆ, ਠੀਕ ਹੈ, ਇਹ ਯਾਦ ਰੱਖ ਸਕਦੇ ਹੋ ਤੁਸੀਂ। ਹਾਂਜੀ, ਅਗਲੀ ਨਿਊਜ਼ ਆਪਣੀ ਕੋਵਿਡ-19 ਹਸਪੀਟਲ ਤੋਂ, ਬਹੁਤ ਇੰਪੋਰਟੈਂਟ ਇਹ ਵੀ ਨਿਊਜ਼ ਹੈ। ਯੋਗੀ ਆਦਿੱਤਿਆਨਾਥ ਨੇ ਇਨੈਗੋਰੇਟ ਕੀਤਾ ਹੈ, ਮਤਲਬ ਉਦਘਾਟਨ ਕੀਤਾ 400 ਬੈੱਡ ਵਾਲੇ ਕੋਵਿਡ-19 ਹਸਪੀਟਲ ਦਾ ਨੋਇਡਾ ਦੇ ਵਿੱਚ, ਠੀਕ ਹੈ। 400 ਬੈੱਡ ਵਾਲਾ, ਦੇਖੋ ਕੁਐਸਚਨ ਕਿੱਥੋਂ ਬਣੂਗਾ? ਇਨੈਗੋਰੇਸ਼ਨ ਕੀਤਾ ਕਿਹਨੇ ਹੈ? ਯੋਗੀ ਆਦਿੱਤਿਆਨਾਥ ਨੇ, ਠੀਕ ਹੈ। ਕਿੱਥੇ ਕੀਤਾ? ਨੋਇਡਾ ਦੇ ਵਿੱਚ, ਠੀਕ ਹੈ। ਅਤੇ ਜਿਹੜਾ ਇਹ ਕੋਵਿਡ-19 ਹਸਪੀਟਲ ਹੈ, ਕਿੰਨੇ ਬੈੱਡ ਦੀ ਸ਼ਮਤਾ ਹੈ ਇਹਦੀ? 400 ਬੈੱਡ ਦੀ। ਤਾਂ ਕਿਵੇਂ ਵੀ ਕਰਕੇ ਮੋਲਡ ਕਰਕੇ ਕੁਐਸਚਨ ਪੁੱਛਿਆ ਜਾ ਸਕਦਾ। ਥੋੜ੍ਹਾ ਇਹਨੂੰ ਇਲੈਬੋਰੇਟ ਕਰਦੇ ਹਾਂ। ਯੋਗੀ ਆਦਿੱਤਿਆਨਾਥ ਤੁਹਾਨੂੰ ਪਤਾ ਹੈ CM ਨੇ ਕਿਹਦੇ? ਯੂਪੀ ਦੇ CM ਨੇ, ਇਹ ਵੀ ਯਾਦ ਰੱਖਣਾ ਹੈ। ਅਤੇ ਨੋਇਡਾ ਨੂੰ ਇੱਕ ਹੋਰ ਨਾਮ ਨਾਲ ਵੀ ਬੁਲਾਇਆ ਜਾਂਦਾ, ਇਹਦਾ ਓਫੀਸ਼ੀਅਲ ਨੇਮ ਗੌਤਮ ਬੁੱਧ ਨਗਰ ਦੇ ਨਾਮ ਨਾਲ ਵੀ ਇਹਨਾਂ ਨੂੰ ਕੀ ਹੈ? ਸੰਬੋਧਿਤ ਕੀਤਾ ਜਾਂਦਾ ਹੈ ਇਸ ਨੋਇਡਾ ਨੂੰ, ਇਹ ਵੀ ਯਾਦ ਰੱਖਣਾ। ਅੱਛਾ, ਇਹ ਤਾਂ ਹੋ ਗਈ ਗੱਲ ਆਪਣੇ ਕੋਵਿਡ ਹਸਪੀਟਲ ਦੀ, ਹੈ ਨਾ। ਜੇ ਆਪਾਂ ਇਹਦੀ ਗੱਲ ਕਰੀਏ, ਇਸ ਤੋਂ ਸਟੈਟਿਕ ਪੁਆਇੰਟ ਦੀ ਗੱਲ ਕਰੀਏ ਜਿਹੜਾ ਤੁਸੀਂ ਯਾਦ ਰੱਖਣਾ, ਉਹ ਇਸ ਨਿਊਜ਼ ਤੋਂ ਵੀ ਵੱਧ ਇੰਪੋਰਟੈਂਟ ਹੈ, ਠੀਕ ਹੈ। ਉਹ ਕੀ ਹੈ ਕਿ ਇਹ ਪ੍ਰੀਵੀਅਸ ਡੇਜ਼ ਦੇ ਵਿੱਚ ਆਈ ਸੀ ਨਿਊਜ਼, ਦੁਨੀਆ ਦਾ ਲਾਰਜੈਸਟ ਕੋਵਿਡ ਕੇਅਰ ਸੈਂਟਰ, ਧਿਆਨ ਨਾਲ ਨੋਟ ਕਰ ਲਿਓ। ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਜਿਹੜਾ ਸੈਂਟਰ ਹੈਗਾ ਉਹ ਕਿੱਥੇ ਓਪਨ ਕੀਤਾ ਗਿਆ ਜੀ? ਉਹ ਬੈਂਗਲੁਰੂ ਦੇ ਵਿੱਚ ਓਪਨ ਕੀਤਾ ਗਿਆ ਹੈ। ਕਿੱਥੇ? ਬੈਂਗਲੁਰੂ ਦੇ ਵਿੱਚ। ਅਤੇ ਇਹਦੀ ਸ਼ਮਤਾ ਕਿੰਨੇ ਬੈੱਡ ਦੀ ਹੈ? 10,100 ਬੈੱਡ ਦੀ ਇਹਦੀ ਸ਼ਮਤਾ ਹੈ। ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਕੇਅਰ ਸੈਂਟਰ ਹੈ ਇਹ, ਠੀਕ ਹੈ। ਕਿੱਥੇ ਓਪਨ ਕੀਤਾ? ਬੈਂਗਲੁਰੂ ਦੇ ਵਿੱਚ। 10,100 ਬੈੱਡ ਦੀ ਸ਼ਮਤਾ ਹੈ। ਅੱਛਾ, ਦੁਨੀਆ ਦਾ ਦੂਜਾ ਵੱਡਾ, ਇੰਡੀਆ ਦਾ ਤਾਂ ਦੇਖੋ ਹੋਊਗਾ ਹੀ ਹੋਊਗਾ ਵੱਡਾ ਸਭ ਤੋਂ, ਕਿਉਂਕਿ ਜਦੋਂ ਦੁਨੀਆ ਦਾ ਤਾਂ ਇੰਡੀਆ ਦਾ ਤਾਂ ਓਬਵੀਅਸ ਗੱਲ ਹੈ, ਹੋਊਗਾ ਹੀ ਹੋਊਗਾ। ਜੇ ਵਰਲਡ ਦੇ ਸੈਕਿੰਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਦੀ ਮੈਂ ਗੱਲ ਕਰਾਂ, ਸੈਕਿੰਡ ਲਾਰਜੈਸਟ ਦੀ, ਤਾਂ ਉਹ ਦਿੱਲੀ ਦੇ ਵਿੱਚ ਹੈ। ਔਰ ਇਹਦੀ ਸ਼ਮਤਾ ਕਿੰਨੇ ਬੈੱਡਸ ਦੀ ਹੈ? 10,000 ਦੀ। ਬੈਂਗਲੁਰੂ ਵਾਲੇ ਦੀ 10,100 ਦੀ ਸੀ, ਦਿੱਲੀ ਵਾਲੇ ਦੀ 10,000 ਦੀ ਹੈ, ਇਹ ਵੀ ਯਾਦ ਰੱਖਣਾ ਹੈ। ਅਤੇ ਜਿਹੜਾ ਯੋਗੀ ਆਦਿੱਤਿਆਨਾਥ ਨੇ ਇਨੈਗੋਰੇਟ ਕੀਤਾ, ਇਹਨਾਂ ਦੀ ਹੈਗੀ ਹੈ 400 ਬੈੱਡ ਦੀ, ਠੀਕ ਹੈ। ਤਿੰਨੇ ਪੁਆਇੰਟ ਯਾਦ ਰੱਖਣੇ ਨੇ, ਬਿਲਕੁਲ ਵੀ ਕਨਫਿਊਜ਼ ਇਹਦੇ ਵਿੱਚ ਤੁਸੀਂ ਨਹੀਂ ਹੋਣਾ। ਹਾਂਜੀ, ਯੂਪੀ ਤੋਂ ਆਪਾਂ ਥੋੜ੍ਹੇ ਸਟੈਟਿਕ ਪੁਆਇੰਟ ਕਰ ਲੈਂਦੇ ਹਾਂ। ਉਹ ਕੀ ਹੈ? ਆਨੰਦੀਬੇਨ ਪਟੇਲ ਇਹਦੇ ਕੀ ਨੇ? ਗਵਰਨਰ ਨੇ। ਆਨੰਦੀਬੇਨ ਪਟੇਲ ਇਹਦੇ ਗਵਰਨਰ ਨੇ। MP ਦੇ ਗਵਰਨਰ ਦੀ ਡੈਥ ਹੋ ਗਈ ਸੀ, ਤਾਂ ਕਰਕੇ UP ਦੇ ਗਵਰਨਰ ਆਨੰਦੀਬੇਨ ਪਟੇਲ ਨੂੰ MP ਦਾ ਐਡੀਸ਼ਨਲ ਚਾਰਜ ਮਿਲਿਆ ਹੋਇਆ, ਇਹ ਵੀ ਤੁਹਾਨੂੰ ਪਹਿਲਾਂ ਮੈਂ ਕਰਵਾਇਆ ਹੋਇਆ। ਹਾਂਜੀ, ਦੁਧਵਾ ਨੈਸ਼ਨਲ ਪਾਰਕ UP ਦੇ ਵਿੱਚ ਹੈਗਾ, ਇਹ ਵੀ ਯਾਦ ਰੱਖਣਾ ਤੁਸੀਂ, ਠੀਕ ਹੈ। ਇਸ ਤੋਂ ਇਲਾਵਾ UP ਦੇ ਜਿਹੜੇ ਇਲਾਹਾਬਾਦ ਹਾਈ ਕੋਰਟ ਨੇ, ਇਹਦੇ ਚੀਫ ਜਸਟਿਸ ਦਾ ਨਾਮ ਯਾਦ ਰੱਖ ਲਿਓ, ਗੋਵਿੰਦ ਮਾਥੁਰ। ਹੁਣ ਇਹਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ? ਗੋਵਿੰਦ ਮਾਥੁਰ ਨੂੰ ਕਿਵੇਂ ਯਾਦ ਰੱਖ ਸਕਦੇ ਹੋ? ਦੇਖੋ, UP ਦੇ ਵਿੱਚ ਇਲਾਹਾਬਾਦ ਪੈਂਦਾ, ਇਹ ਤਾਂ ਕਲੀਅਰ ਹੈ। ਇਲਾਹਾਬਾਦ ਦੇ ਮੂਹਰੇ ਜੇ ਆਪਾਂ ਸਾਊਂਡ ਕੱਢੀਏ, ਅੱਲਾਹ ਦੀ ਪੈਂਦੀ ਹੈ ਨਾ, ਇਲਾਹਾਬਾਦ, ਅੱਲਾ। ਅਤੇ ਗੋਬਿੰਦ ਵੀ ਮਤਲਬ ਅੱਲਾ ਦਾ ਨਾਮ ਹੈ ਨਾ, ਥੋੜ੍ਹਾ ਆਪਾਂ ਕੋਰਿਲੇਟ ਇਹਨੂੰ ਕਰ ਸਕਦੇ ਹਾਂ। ਤਾਂ ਇੱਥੋਂ ਤੁਸੀਂ ਯਾਦ ਰੱਖ ਸਕਦੇ ਹੋ ਕਿ ਇਲਾਹਾਬਾਦ ਜਿਹੜੀ ਹਾਈ ਕੋਰਟ ਹੈ ਉਹਦੇ ਚੀਫ ਜਸਟਿਸ ਕੌਣ ਨੇ? ਗੋਬਿੰਦ ਮਾਥੁਰ, ਠੀਕ ਹੈ ਜੀ। ਕਲੀਅਰ ਹੈ ਉਦੋਂ ਤੱਕ?
ਅੱਗੇ ਮੂਵ ਔਨ ਕਰਦੇ ਹਾਂ। ਹਾਂਜੀ, ਸੈਨੀਟਾਈਜੇਸ਼ਨ ਸੈਂਟਰ ਨਰਿੰਦਰ ਮੋਦੀ ਨੇ ਇਨੈਗੋਰੇਟ ਕੀਤਾ ਹੈ, ਆਪਣੇ PM ਸਾਹਿਬ ਨੇ ਇਨੈਗੋਰੇਟ ਕੀਤਾ ਹੈ ਨੈਸ਼ਨਲ ਸੈਨੀਟਾਈਜੇਸ਼ਨ ਸੈਂਟਰ ਐਟ ਰਾਜਘਾਟ ਦਿੱਲੀ। ਰਾਜਘਾਟ ਦਿੱਲੀ ਬਹੁਤ ਇੰਪੋਰਟੈਂਟ ਪਲੇਸ ਹੈ ਇਹ। ਕਿਹਨਾਂ ਨੇ ਕੀਤਾ? ਨਰਿੰਦਰ ਮੋਦੀ ਜੀ ਨੇ। ਠੀਕ ਹੈ, ਕੀ ਕੀਤਾ ਹੈ? ਨੈਸ਼ਨਲ ਸੈਨੀਟਾਈਜੇਸ਼ਨ ਸੈਂਟਰ, ਇਹ ਵੀ ਯਾਦ ਰੱਖਣਾ। ਠੀਕ ਹੈ, ਦਿੱਲੀ ਰਾਜਘਾਟ ਦੇ ਵਿੱਚ। ਹੁਣ ਜੇ ਇਹਨੂੰ ਥੋੜ੍ਹਾ ਜਿਹਾ ਇਲੈਬੋਰੇਟ ਕਰੀਏ, ਇੱਥੇ ਇਹਨਾਂ ਨੇ ਇੱਕ ਸਲੋਗਨ ਵੀ ਦਿੱਤਾ। ਸਲੋਗਨ ਹੁੰਦਾ ਨਾਰਾ। ਉਹ ਸਲੋਗਨ ਕਿਹੜਾ ਦਿੱਤਾ ਇਹਨਾਂ ਨੇ? ਕਿਹਾ ਗੰਦਗੀ ਭਾਰਤ ਛੋੜੋ, ਹੈ ਨਾ, ਪੰਜਾਬੀ 'ਚ ਲਿਖ ਸਕਦੇ ਹੋ ਤੁਸੀਂ, ਗੰਦਗੀ ਭਾਰਤ ਛੋੜੋ। ਇਹ ਇਹਨਾਂ ਨੇ ਇੱਕ ਨਾਰਾ ਦਿੱਤਾ, ਇਹਦੇ ਨਾਲ ਸਲੋਗਨ ਵੀ ਯਾਦ ਰੱਖਣਾ ਹੈ। ਠੀਕ ਹੈ, 8 ਅਗਸਤ ਨੂੰ ਹੀ ਇਹਦਾ ਉਦਘਾਟਨ ਹੋਇਆ ਸੀਗਾ। 8 ਅਗਸਤ ਨੂੰ ਇਹਦਾ ਉਦਘਾਟਨ ਹੋਇਆ ਸੀ, ਇਨੈਗੋਰੇਸ਼ਨ ਹੋਇਆ ਸੀਗਾ, ਹੈ ਨਾ। ਦੇਖੋ 8 ਅਗਸਤ ਨੂੰ ਮੈਂ ਤੁਹਾਨੂੰ ਕਰਵਾਇਆ ਹੈਗਾ ਕੁਇਟ ਇੰਡੀਆ ਮੂਵਮੈਂਟ ਦਾ ਡੇ ਸੀਗਾ, ਭਾਰਤ ਛੱਡੋ ਅੰਦੋਲਨ, ਹੈ ਨਾ। ਹੁਣ ਦੇਖੋ ਇਹਦਾ ਨਾਰਾ ਵੀ ਥੋੜ੍ਹਾ ਜਿਹਾ ਇਹਦੇ ਨਾਰੇ ਨਾਲ ਮਤਲਬ ਇੰਟਰਲੇਟ ਜਾਂ ਨਾ। ਉਹਨਾਂ ਨੇ ਕਿਹਾ ਸੀ ਭਾਰਤ ਛੱਡੋ ਅੰਦੋਲਨ, ਅਤੇ ਇੱਥੇ ਮੋਦੀ ਜੀ ਨੇ ਕੀ ਕਿਹਾ ਹੈਗਾ? ਗੰਦਗੀ ਭਾਰਤ ਛੋੜੋ। ਇਹਨਾਂ ਨੇ ਇਹ ਜਿਹੜਾ ਸਲੋਗਨ ਹੈ ਦਿੱਤਾ ਹੈ, ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਹੁਣ ਜੇ ਰਾਜਘਾਟ ਦੀ ਗੱਲ ਕਰੀਏ, ਇਹ ਮਹਾਤਮਾ ਗਾਂਧੀ ਜੀ ਦਾ ਕੀ ਹੈ? ਸਮਾਧੀ ਸਥਲ ਹੈ। ਬਹੁਤ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਕਾਫੀ ਟਾਈਮ ਆਇਆ ਵੀ ਹੋਇਆ। ਠੀਕ ਹੈ, ਇਹ ਯਾਦ ਰੱਖਣਾ ਮਹਾਤਮਾ ਗਾਂਧੀ ਜੀ ਦਾ। ਓਕੇ ਜੀ, ਕਲੀਅਰ ਹੈ। ਇਸ ਤੋਂ ਇਲਾਵਾ ਜੇ ਇਹਦੇ ਨਾਲ ਆਪਾਂ ਕੁਝ ਹੋਰ ਨਿਊਜ਼ ਰਿਵਾਈਜ਼ ਕਰ ਸਕਦੇ ਹਾਂ, ਤਾਂ ਉਹ ਕਿਹੜੀ ਨਿਊਜ਼ ਰਿਵਾਈਜ਼ ਕਰ ਸਕਦੇ ਹਾਂ? ਹੁਣ ਦੇਖੋ ਜਿਹੜਾ ਰਾਜਘਾਟ ਹੈ ਇਹ ਦਿੱਲੀ ਦੇ ਵਿੱਚ ਹੈ ਨਾ। ਦਿੱਲੀ ਦੇ ਵਿੱਚ ਪ੍ਰੀਵੀਅਸ ਡੇਜ਼ ਦੇ ਵਿੱਚ ਕੋਈ ਵੀ ਨਿਊਜ਼ ਆਈ ਉਹ ਤੁਸੀਂ ਰਿਵਾਈਜ਼ ਕਰਨੀ ਹੀ ਕਰਨੀ ਹੈ। ਕਿਹੜੀ ਨਿਊਜ਼ ਆਈ ਹੋਈ ਹੈ? ਇਲੈਕਟ੍ਰਿਕ ਵਹੀਕਲ ਪੋਲਿਸੀ। ਇਲੈਕਟ੍ਰਿਕ ਵਹੀਕਲ ਪੋਲਿਸੀ ਇਹ ਕਿੱਥੇ ਮਤਲਬ ਸਟਾਰਟ ਕੀਤੀ ਗਈ ਹੈ? ਦਿੱਲੀ ਦੇ ਵਿੱਚ। ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਹੈ ਨਾ, ਤਾਂ ਕਿ ਜਿਹੜਾ ਪੋਲਿਊਸ਼ਨ ਹੈ ਉਹਦੀ ਪੋਲਿਊਸ਼ਨ ਨੂੰ ਘਟਾਇਆ ਜਾ ਸਕੇ। ਬਹੁਤ ਜ਼ਿਆਦਾ ਆਪਣੇ ਇਨਵਾਇਰਮੈਂਟ ਦੇ ਵਿੱਚ ਪੋਲਿਊਸ਼ਨ ਫੈਲਿਆ ਹੋਇਆ, ਉਹਦੀ ਜਿਹੜੀ ਅਮਾਊਂਟ ਹੈ ਪੋਲਿਊਸ਼ਨ ਦੀ ਉਹਨੂੰ ਘਟਾਇਆ ਜਾ ਸਕੇ, ਉਹਦੇ ਲਈ ਇਹ ਦਿੱਲੀ ਦੇ ਵਿੱਚ ਸਟਾਰਟ ਕੀਤਾ ਹੈ। ਠੀਕ ਹੈ ਜੀ, ਅਗਲੀ ਨਿਊਜ਼ 'ਤੇ ਮੂਵ ਔਨ ਕਰਦੇ ਹਾਂ। ਹਾਂਜੀ, ਅਗਲੀ ਨਿਊਜ਼ ਅਗੇਨ ਆ ਗਈ ਅਪੁਆਇੰਟਮੈਂਟ ਤੋਂ। ਸ਼੍ਰੀਲੰਕਾ ਦੇ PM ਨਿਯੁਕਤ ਹੋਏ ਨੇ ਕੌਣ ਜੀ? ਮਹਿੰਦਾ ਰਾਜਪਕਸ਼ਾ। ਪਹਿਲਾਂ ਵੀ ਇਹੀ ਸੀ, ਹੁਣ ਦੁਬਾਰਾ ਤੋਂ ਫੇਰ ਇਹ ਬਣ ਗਏ। ਕਿੰਨੀਵੀਂ ਵਾਰ ਬਣੇ ਨੇ? ਚੌਥੀ ਵਾਰ ਬਣੇ ਨੇ। ਬਹੁਤ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। ਠੀਕ ਹੈ, ਚੌਥੀ ਵਾਰ ਬਣੇ ਨੇ। ਇਹਨਾਂ ਨੂੰ ਓਥ ਕਿਹਨੇ ਕਰਾਈ ਹੈ? ਓਥ ਹੁੰਦੀ ਹੈ ਸ਼ਪਥ। ਠੀਕ ਹੈ, ਲਾਈਕ ਸਹੁੰ ਚੁਕਾਉਣਾ। ਠੀਕ ਹੈ, ਇਹਨਾਂ ਨੂੰ ਸਹੁੰ ਕਿਹਨੇ ਚੁਕਾਈ ਹੈ? ਸ਼ਪਥ ਗੋਟਾਬਾਇਆ ਰਾਜਪਕਸ਼ਾ। ਇਹ ਇਹਨਾਂ ਦੇ ਹੀ ਛੋਟੇ ਬ੍ਰਦਰ ਨੇ। ਠੀਕ ਹੈ, ਇਹ ਵੀ ਯਾਦ ਰੱਖਿਓ, ਪ੍ਰੈਜ਼ੀਡੈਂਟ ਨੇ। ਠੀਕ ਹੈ, ਪ੍ਰੈਜ਼ੀਡੈਂਟ ਨੇ, ਇਹ ਵੀ ਯਾਦ ਰੱਖਣਾ ਤੁਸੀਂ। ਹੁਣ ਦੇਖੋ ਸ਼੍ਰੀਲੰਕਾ ਆਇਆ, ਤਾਂ ਸ਼੍ਰੀਲੰਕਾ ਤੋਂ ਆਪਾਂ ਪ੍ਰੀਵੀਅਸ ਡੇਜ਼ ਦੇ ਵਿੱਚ ਜੋ ਵੀ ਨਿਊਜ਼ ਕੀਤੀਆਂ ਨੇ ਉਹ ਆਪਾਂ ਰਿਵਾਈਜ਼ ਕਰਨੀਆਂ, ਪਲੱਸ ਸਟੈਟਿਕ GK। ਸ਼੍ਰੀਲੰਕਾ 'ਚ ਦੇਖੋ ਇੰਡੀਆ ਇਜ਼ ਪਲਾਨਿੰਗ, ਧਿਆਨ ਨਾਲ ਸੁਣੋ, ਇੰਡੀਆ ਇਜ਼ ਪਲਾਨਿੰਗ ਟੂ ਬਿਲਡ ਅ ਸੋਲਰ ਪਾਵਰ ਪਲਾਂਟ। ਸੋਲਰ ਪਾਵਰ ਪਲਾਂਟ ਇੰਡੀਆ ਪਲਾਨ ਕਰ ਰਿਹਾ ਕਿ ਸੋਲਰ ਪਾਵਰ ਪਲਾਂਟ ਹੈ ਜਿਹੜਾ ਇਹ ਕਿੱਥੇ ਲਾਊਗਾ, ਕਿੱਥੇ ਬਿਲਡ ਕਰੂਗਾ? ਸ਼੍ਰੀਲੰਕਾ ਦੇ ਵਿੱਚ। ਇਹ ਮੈਂ ਤੁਹਾਨੂੰ ਪਹਿਲਾਂ ਨਿਊਜ਼ ਕਰਵਾਈ ਹੋਈ ਹੈ, ਤਾਂ ਤੁਹਾਨੂੰ ਰਿਮਾਈਂਡ ਹੋਣੀ ਚਾਹੀਦੀ ਹੈ ਨਾਲ ਦੀ ਨਾਲ ਜਦੋਂ ਵੀ ਮੈਂ ਕਰਵਾਵਾਂ। ਠੀਕ ਹੈ, ਪ੍ਰੈਜ਼ੀਡੈਂਟ PM ਦਾ ਨਾਮ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣੀ ਦੱਸ ਕੇ ਹਟੀਆਂ ਕਿ PM ਮਹਿੰਦਾ ਰਾਜਪਕਸ਼ਾ ਹੈ, ਜਿਨ੍ਹਾਂ ਨੇ ਸਹੁੰ ਚੁਕਾਈ ਉਹ ਰਾਸ਼ਟਰਪਤੀ ਨੇ ਗੋਟਾਬਾਇਆ ਰਾਜਪਕਸ਼ਾ। ਇਹ ਵੀ ਯਾਦ ਰੱਖਣਾ। ਹੁਣ ਜੇ ਸ਼੍ਰੀਲੰਕਾ ਦੀ ਕੈਪੀਟਲ ਦੀ ਮੈਂ ਗੱਲ ਕਰਾਂ, ਇਹਦੀਆਂ 2 ਕੈਪੀਟਲਸ ਨੇ, ਤੁਹਾਨੂੰ ਕਰਵਾਈਆਂ ਹੋਈਆਂ ਨੇ ਪਹਿਲਾਂ। ਪਹਿਲੀ ਕੈਪੀਟਲ ਦੇਖੋ ਕਿਹੜੀ ਹੈ? ਜੈਵਰਧਨਾਪੁਰਾ ਕੋਟੇ। ਜੈਵਰਧਨਾਪੁਰਾ ਕੋਟੇ। ਅਤੇ ਦੂਜੀ ਹੈਗੀ ਹੈ ਕੋਲੰਬੋ। ਅੱਛਾ, ਇਹ 2 ਕੈਪੀਟਲਸ ਕਿਉਂ ਹੈ? ਹੈ ਨਾ, ਦੇਖੋ ਜਿਹੜੀ ਜੈਵਰਧਨਾਪੁਰਾ ਕੋਟੇ ਇਹ ਤਾਂ ਹੈਗੀ ਇਹਦੀ ਲੈਜਿਸਲੇਟਿਵ ਕੈਪੀਟਲ। ਅਤੇ ਇਹ ਹੈਗੀ ਐਗਜ਼ੀਕਿਊਟਿਵ ਅਤੇ ਜੁਡੀਸ਼ਰੀ। ਅੱਛਾ, ਇਹਦਾ ਕੀ ਮਤਲਬ ਹੁੰਦਾ? ਲੈਜਿਸਲੇਟਿਵ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਕਾਨੂੰਨ ਵਗੈਰਾ ਬਣਦੇ ਨੇ, ਸਿੰਪਲ ਲੈਂਗੁਏਜ ਦੇ ਵਿੱਚ ਜਿਵੇਂ ਸਮਝਾਵਾਂ। ਠੀਕ ਹੈ, ਕੋਲੰਬੋ ਹੈਗੀ ਇਹਦੀ ਜੁਡੀਸ਼ਰੀ ਅਤੇ ਐਗਜ਼ੀਕਿਊਟਿਵ। ਐਗਜ਼ੀਕਿਊਟ ਹੁੰਦਾ ਕਿਤੇ ਲਾਗੂ ਹੋਣਾ ਉਹ ਚੀਜ਼ ਨੂੰ। ਠੀਕ ਹੈ, ਮਤਲਬ ਕੀ ਹੈ? ਜਿੱਥੇ ਕਾਨੂੰਨ ਬਣਦੇ ਆ ਉਹ ਤਾਂ ਕੈਪੀਟਲ ਆਹ ਵਾਲੀ ਹੈ ਜੈਵਰਧਨੇਪੁਰਾ ਕੋਟੇ, ਬਟ ਜਿੱਥੇ ਇੰਪਲੀਮੈਂਟ ਕੀਤੇ ਜਾਂਦੇ ਉਹਦੇ ਚੀਜ਼ਾਂ ਰਿਲੇਟਡ ਕੀਤੀਆਂ ਜਾਂਦੀਆਂ, ਉਹਨੂੰ ਲਾਗੂ ਕਰਨ ਦੇ ਲਈ ਕਾਨੂੰਨ ਜਿਹੜੇ ਬਣ ਗਏ ਹੈ ਨਾ, ਉਹਦੀ ਕੈਪੀਟਲ ਕੋਲੰਬੋ ਹੈ। ਤਾਂ ਦੋਨੇ ਤੁਸੀਂ ਕਿਹਨੇ ਧਿਆਨ 'ਚ ਰੱਖਣੀਆਂ ਹੀ ਰੱਖਣੀਆਂ। ਹੰਬਨਤੁੱਤਾ ਪੋਰਟ 99 ਈਅਰ ਦੇ ਲਈ ਇਹ ਚਾਈਨਾ ਕੋਲ ਗਿਰਵੀ ਹੈ। ਇਹ ਵੀ ਯਾਦ ਰੱਖਿਓ, ਸ਼੍ਰੀਲੰਕਾ ਦੇ ਵਿੱਚ ਹੀ ਹੈ, ਵੀ ਬਹੁਤ ਇੰਪੋਰਟੈਂਟ ਹੈ। ਐਕਸਰਸਾਈਜ਼ਸ 2 ਐਕਸਰਸਾਈਜ਼ਸ ਆਪਾਂ ਰਿਵਾਈਜ਼ ਕਰਨੀਆਂ ਹੀ ਕਰਨੀਆਂ ਜਦੋਂ ਵੀ ਸ਼੍ਰੀਲੰਕਾ ਆਊਗਾ। ਠੀਕ ਹੈ, ਐਕਸਰਸਾਈਜ਼ਸ ਕੀ ਹੁੰਦੀਆਂ ਨੇ ਕਿ ਆਪਣੇ ਜਿਹੜੇ ਹਥਿਆਰ ਵਗੈਰਾ ਹੁੰਦੇ ਨੇ, ਚਾਹੇ ਸਬਮੈਰੀਨਸ ਹੋਣ, ਚਾਹੇ ਫਾਈਟਰ ਜੈਟਸ ਹੋਣ, ਚਾਹੇ ਆਪਣੇ ਆਰਮੀ ਦੇ ਹਥਿਆਰ ਰਾਈਫਲਸ ਵਗੈਰਾ ਹੋਣ, ਉਹਨਾਂ ਦਾ ਪਰੀਖਣ ਕਰਕੇ ਦੇਖਦੇ ਨੇ। ਉਹਨਾਂ ਦੀ ਮਤਲਬ ਇੱਕ ਆਪਾਂ ਤਰੀਕੇ ਨਾਲ ਕਹਿ ਰਹੀਏ ਪ੍ਰੈਕਟਿਸ ਕਰਕੇ ਦੇਖਦੇ ਨੇ, ਹੈ ਨਾ, ਕਿ ਮੰਨ ਲਓ ਕੱਲ੍ਹ ਨੂੰ ਯੁੱਧ ਲੱਗਦਾ ਅਤੇ ਉਹ ਐਕਚੁਅਲ 'ਚ ਵਰਕ ਕਰਨਗੇ ਕਿ ਨਹੀਂ ਕਰਨਗੇ, ਹੈ ਨਾ। ਤਾਂ ਐਕਸਰਸਾਈਜ਼ਸ ਆਪਾਂ ਜਿਹੜੀ ਇੰਡੀਆ ਅਤੇ ਸ਼੍ਰੀਲੰਕਾ ਦੀ ਐਕਸਰਸਾਈਜ਼ ਹੁੰਦੀ ਹੈ ਉਹ 2 ਐਕਸਰਸਾਈਜ਼ਸ ਨੇ। ਤੁਸੀਂ ਕਿਹੜੀਆਂ ਯਾਦ ਰੱਖਣੀ? ਇੰਡੀਆ ਅਤੇ ਸ਼੍ਰੀਲੰਕਾ ਦੀਆਂ 2 ਐਕਸਰਸਾਈਜ਼ ਹੁੰਦੀਆਂ ਨੇ। ਸਭ ਤੋਂ ਪਹਿਲਾਂ ਹੈਗੀ ਮਿੱਤਰਾ ਸ਼ਕਤੀ। ਇਹ ਇੱਕ ਮਿਲਟਰੀ ਐਕਸਰਸਾਈਜ਼ ਹੈ। ਮਿੱਤਰਾ ਸ਼ਕਤੀ ਇੱਕ ਮਿਲਟਰੀ ਐਕਸਰਸਾਈਜ਼ ਹੈ। ਠੀਕ ਹੈ,
इंडिया ते श्रीलंका दी ही है। इस तो बाद स्लीनैक्स जिहड़ी एक्सरसाइज है ये भी इंडिया ते श्रीलंका दी है, बट ये नवल एक्सरसाइज है। आज दा मिलटरी एक्सरसाइज सी ना, ये नवल एक्सरसाइज है, मतलब नेवी दी एक्सरसाइज है। ठीक है, हुण देखो स्लीनैक्स मित्र शक्ति तो तुसीं कहंदे होगे याद रखना सौखा है, बट स्लीनैक्स तो याद रखना औखा है, बहुत सौखा है। तो इस तो भी सौखा है। SL तो बनता है श्रीलंका, IN तो बनता है इंडिया, EX तो बनता है एक्सरसाइज, मतलब श्रीलंका ते इंडिया दी एक्सरसाइज। बहुते ਜਿਹੜੇ एक्सरसाइजेस ਦੇ नेम ਹੁੰਦੇ ਨੇ ਉਹਨਾਂ ਉਹ ਜਿਹੜੇ ਇੱਦਾਂ ਹੀ ਕੰਟਰੀਜ਼ ਦੇ ਮੂਰਲੇ ਵਰਡਸ ਨੂੰ ਇਕੱਠਾ ਕਰਕੇ ਹੀ ਬਣਾਏ ਹੁੰਦੇ ਨੇ। ਠੀਕ ਹੈ, ਤਾਂ ਤੁਸੀਂ ਥੋੜਾ ਟ੍ਰਿਕ ਬੇਸ ਵੀ एक्सरसाइज ਦੀ ਲਾਣੀ ਪੈ ਜੇ ਕਦੇ ਪੇਪਰ 'ਚ, ਤਾਂ ਐਵੇਂ ਵੀ ਧਿਆਨ 'ਚ ਰੱਖ ਲਿਓ। श्रीलंका ਦੀ ਜਿਹੜੀ ਸੰਸਦ ਹੈ ਉਹਨੂੰ ਪਾਰਲੀਮੈਂਟ ਹੀ ਕਿਹਾ ਜਾਂਦਾ ਹੈ। ਜਿੱਦਾਂ ਆਪਣੀ ਸੰਸਦ ਨੂੰ ਵੀ ਪਾਰਲੀਮੈਂਟ ਹੀ ਕਹਿੰਦੇ ਆ ਨਾ ਆਪਾਂ, ਉੱਦਾਂ ਇਹਨੂੰ ਵੀ ਪਾਰਲੀਮੈਂਟ ਹੀ ਕਿਹਾ ਜਾਂਦਾ। ਦੇਖੋ ਇੰਨੇ ਕੁ ਪੁਆਇੰਟ ਤੁਸੀਂ ਰਿਵਾਈਜ਼ ਰੱਖਣੇ ਨੇ ਜਦੋਂ ਵੀ श्रीलंका ਹੈ ਜਿਹੜਾ ਆਊਗਾ। ਇਸ ਤੋਂ ਇਲਾਵਾ ਅਗਲੀ ਨਿਊਜ਼ 'ਤੇ ਮੂਵ ਔਨ ਕਰਦੇ ਹਾਂ। ਹਰਦਿਆਲ ਪ੍ਰਸਾਦ ਨੂੰ MD ਤੇ CEO ਲਾਇਆ ਕਿਹਦਾ? PNB ਹਾਊਸਿੰਗ ਫਾਈਨਾਂਸ ਦਾ। PNB ਹਾਊਸਿੰਗ ਫਾਈਨਾਂਸ ਦਾ MD ਤੇ CEO ਕਿਹਨੂੰ ਲਾਇਆ? ਹਰਦਿਆਲ ਪ੍ਰਸਾਦ ਨੂੰ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ, ਬਸ ਟੂ ਦੀ ਪੁਆਇੰਟ ਹੀ ਚੀਜ਼ ਹੈ, ਯਾਦ ਰੱਖ ਲਿਓ। PNB ਦੀ ਹੀ ਇਹ ਮਤਲਬ ਅੰਡਰ ਹੈ, ਉਹਦਾ ਇੱਕ ਪਾਰਟ ਹੈ। ਇਹਦਾ ਜਿਹੜਾ ਹੈੱਡਕੁਆਟਰ ਹੈ PNB ਹਾਊਸਿੰਗ ਫਾਈਨਾਂਸ ਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ, ਇਹਨੂੰ ਯਾਦ ਰੱਖ ਲਿਓ। 1988 ਦੇ ਵਿੱਚ ਇਹਦੀ ਫਾਰਮੇਸ਼ਨ ਹੈ ਜਿਹੜੀ ਉਹ ਹੋਈ ਸੀ। ਕਲੀਅਰ ਹੈ ਜੀ? ਹਾਂਜੀ, ਅਗਲੀ ਨਿਊਜ਼ 'ਤੇ ਮੂਵ ਔਨ ਕਰਦੇ ਹਾਂ। ਅਗਲੀ ਨਿਊਜ਼ ਹੈਗੀ ਆਪਣੀ ਅਵਾਰਡ ਤੋਂ। ਠੀਕ ਹੈ, ਪਾਕਿਸਤਾਨ ਵਿਲ ਪ੍ਰੈਜ਼ੈਂਟ ਸਿਤਾਰੇ ਕੈਦੇ ਆਜ਼ਮ ਅਵਾਰਡ ਟੂ ਅਲੀ ਸਹੀਨ। ਠੀਕ ਹੈ, ਪਾਕਿਸਤਾਨ ਹੈ ਜਿਹੜਾ ਅਵਾਰਡ ਪ੍ਰੈਜ਼ੈਂਟ ਕਰੂਗਾ। ਅਵਾਰਡ ਦਾ ਨੇਮ ਯਾਦ ਰੱਖਿਓ, ਕਿਹਨੂੰ ਦੇਣਾ ਇਹਨੇ ਅਵਾਰਡ? ਇਹ ਅਲੀ ਸਾਹੀਨ ਨੂੰ। ਇਹ ਵੀ ਯਾਦ ਰੱਖਿਓ ਕਿੱਥੋਂ ਦੇ ਨੇ? ਇਹ ਤੁਰਕੀ ਦੇ ਨੇ। ਠੀਕ ਹੈ, ਤੁਰਕੀ ਦੇ ਸੰਸਦ ਨੇ ਇਹਨਾਂ ਨੂੰ ਇਹ ਅਵਾਰਡ ਦੇਣਾ। ਇਹ ਅਵਾਰਡ ਕਿਉਂ ਦੇਣਾ? ਤਾਂ ਕਿ ਜਿਹੜੇ ਪਾਕਿਸਤਾਨ ਅਤੇ ਤੁਰਕੀ ਦੇ ਰਿਲੇਸ਼ਨ ਨੇ ਇਹ ਮਜ਼ਬੂਤ ਹੋ ਸਕਣ। ਠੀਕ ਹੈ, ਔਰ 14 ਅਗਸਤ ਨੂੰ ਜਿਹੜਾ ਇਹ ਅਵਾਰਡ ਹੈ ਪ੍ਰੈਜ਼ੈਂਟ ਕਰਨਾ, ਇਹ ਵੀ ਯਾਦ ਰੱਖਣਾ। ਓਕੇ, ਇਸ ਤੋਂ ਇਲਾਵਾ ਜਿਹੜਾ ਆਪਾਂ ਸਟੈਟਿਕ ਪਾਰਟ ਕਰਨਾ ਤੁਰਕੀ ਤੋਂ, ਉਹ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਤੁਰਕੀ ਕਿਹੋ ਜਿਹੀ ਕੰਟਰੀ ਹੈ ਜਿਹੜੀ ਕਿ ਏਸ਼ੀਆ ਅਤੇ ਯੂਰਪ ਦੋਨੋਂ ਕੰਟੀਨੈਂਟਸ ਦੇ ਵਿੱਚ ਪੈਂਦੀ ਹੈ। ਠੀਕ ਹੈ, ਕੁਛ ਕਿਵੇਂ ਦੀਆਂ ਕੰਟਰੀਜ਼ ਨੇ ਜਿਹੜੀਆਂ ਦੋਨੋਂ ਕੰਟੀਨੈਂਟਸ ਦੇ ਵਿੱਚ ਆਉਂਦੀਆਂ ਨੇ, ਤਾਂ ਜਿੱਦਾਂ ਲਾਈਕ ਰਸ਼ੀਆ ਕਹਿ ਦਿੰਦੇ ਆਪਾਂ, ਉੱਦਾਂ ਹੀ ਤੁਰਕੀ ਵੀ ਹੈ। ਠੀਕ ਹੈ, ਤੁਰਕੀ ਦੀ ਕੈਪੀਟਲ ਅੰਕਾਰਾ। ਤੁਰਕੀ ਦੀ ਜਿਹੜੀ ਕਰੰਸੀ ਹੈ ਲੀਰਾ, ਯਾਦ ਰੱਖਣਾ ਇਹ ਸਾਰਾ ਕੁਛ ਤੁਸੀਂ। ਜੇ ਪਾਕਿਸਤਾਨ ਦੀ ਗੱਲ ਕਰੀਏ, ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤਾਂ ਤੁਹਾਨੂੰ ਪਤਾ ਹੀ ਹੈ, ਇਮਰਾਨ ਖਾਨ। ਪ੍ਰੈਜ਼ੀਡੈਂਟ ਦੀ ਜੇ ਮੈਂ ਗੱਲ ਕਰਾਂ, ਪ੍ਰੈਜ਼ੀਡੈਂਟ ਹੈਗੇ ਨੇ ਆਰਿਫ ਅਲਵੀ। ਕੈਪੀਟਲ ਹੈਗੀ ਹੈ, ਹਾਂਜੀ ਕੈਪੀਟਲ ਕਿਹੜੀ ਹੈ ਇਹਦੀ? ਇਸਲਾਮਾਬਾਦ। ਅਤੇ ਪਾਕਿਸਤਾਨੀ ਰੂਪੀ ਇੱਥੋਂ ਦੀ ਕੀ ਹੈ? ਕਰੰਸੀ ਹੈ। ਕਲੀਅਰ ਹੈ ਜੀ? ਇੰਨੀ ਕੁ ਚੀਜ਼ ਰਿਵਾਈਜ਼ ਰੱਖਣੀ ਹੀ ਰੱਖਣੀ ਹੈ ਜਦੋਂ ਵੀ ਤੁਸੀਂ ਪਾਕਿਸਤਾਨ ਪੜ੍ਹਨਾ ਜਾਂ ਸੁਣਨਾ ਹੈ। ਠੀਕ ਹੈ, ਦੀਪਾਂਕਰ ਘੋਸ਼ ਨੂੰ ਕਿਹੜਾ ਅਵਾਰਡ ਮਿਲਿਆ? ਪ੍ਰੇਮ ਭਾਟੀਆ ਅਵਾਰਡ 2020 ਇਹਨਾਂ ਨੂੰ ਮਿਲਿਆ। ਠੀਕ ਹੈ, ਇਹਨਾਂ ਨੂੰ ਕਾਹਦੇ ਲਈ ਮਿਲਿਆ? ਦੇਖੋ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ, ਪਹਿਲਾਂ ਤਾਂ ਇਹ ਯਾਦ ਰੱਖਿਓ ਤੁਸੀਂ, ਇੰਡੀਅਨ ਐਕਸਪ੍ਰੈਸ ਦੇ ਇਹ ਰਿਪੋਰਟਰ ਨੇ। ਕੋਵਿਡ-19 ਦੇ ਮੁੱਦੇ 'ਤੇ ਰਿਪੋਰਟਿੰਗ ਲਈ ਇਹਨਾਂ ਨੂੰ ਮਿਲਿਆ ਇਹ। ਠੀਕ ਹੈ, ਦੇਖੋ ਅਵਾਰਡਸ ਹੋ ਗਏ, ਸਕੀਮਸ ਹੋ ਗਈਆਂ, ਹੈ ਨਾ, ਅਪੁਆਇੰਟਮੈਂਟਸ ਹੋ ਗਈ, ਇਹ ਸਿੱਧੇ ਕੁਐਸਚਨ ਹੁੰਦੇ ਨੇ। ਜਿੱਦਾਂ ਆਹ ਪਰਸਨ ਨੂੰ ਮਿਲਿਆ, ਆਹ ਅਵਾਰਡ ਮਿਲਿਆ। ਸਕੀਮਸ ਆਹ ਸਟੇਟ ਦੀ ਹੈ, ਆਹ ਸਕੀਮ ਦਾ ਨਾਮ ਹੈ। ਠੀਕ ਹੈ, ਅਤੇ ਸਿੱਧੇ ਚੀਜ਼ਾਂ ਯਾਦ ਰੱਖਣੀਆਂ ਹੁੰਦੀਆਂ ਨੇ। ਕੋਈ ਹੀ ਹੁੰਦਾ ਹੈ ਜਿਹਦੀ ਆਪਾਂ ਡੀਪ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ। ਜਿਵੇਂ ਕੋਈ, ਜੇ ਮੰਨ ਲਓ ਅਵਾਰਡ ਹੈ ਨਾ, ਅਵਾਰਡ ਜਿੱਦਾਂ ਆਪਾਂ ਨੋਬਲ ਪੀਸ ਪ੍ਰਾਈਜ਼ ਦੀ ਗੱਲ ਕਰ ਲਈਏ, ਉਹ ਅਵਾਰਡਸ ਵੀ ਇੰਪੋਰਟੈਂਟ ਰਹਿੰਦੇ ਆ, ਤਾਂ ਉਹਨਾਂ ਦੀ ਆਪਾਂ ਨੂੰ ਅਦਰ ਨੌਲੇਜ ਵੀ ਹੋਣੀ ਚਾਹੀਦੀ ਹੈ। ਹਰੇਕ ਅਵਾਰਡ ਬਾਰੇ ਡੀਪਲੀ ਪੜ੍ਹਨ ਦੀ ਜ਼ਰੂਰਤ ਨਹੀਂ ਹੁੰਦੀ। ਠੀਕ ਹੈ, ਟੂ ਦੀ ਪੁਆਇੰਟ ਹੀ ਕੁਐਸਚਨ ਆਉਂਦਾ ਹੁੰਦਾ ਪੇਪਰ 'ਚੋਂ, ਯਾਦ ਰੱਖਿਓ ਇਹਨੂੰ। ਹਾਂਜੀ, ਅਗਲੀ ਨਿਊਜ਼ ਆ ਗਈ ਆਪਣੀ ਸਾਇੰਸ ਐਂਡ ਟੈਕਨੋਲੋਜੀ ਤੋਂ। ਬਹੁਤ ਵਧੀਆ ਇਹ ਇੰਟਰਸਟਿੰਗ ਜੀ ਨਿਊਜ਼ ਹੈ। ਦੇਖੋ ਡੋਡੋ ਡਰੋਪ ਇੱਕ ਫਾਈਲ ਸ਼ੇਅਰਿੰਗ ਐਪ ਹੈ ਜਿਹੜਾ ਕਿ ਡਿਵੈਲਪ ਕਿਹਨੇ ਕੀਤਾ? ਅਸ਼ਫਾਕ ਮਹਿਮੂਦ ਚੌਧਰੀ ਨੇ। ਠੀਕ ਹੈ, ਇਹਦੇ 'ਚ ਹੁਣ ਇੰਟਰਸਟਿੰਗ ਚੀਜ਼ ਕੀ ਹੈ? ਜਿੱਦਾਂ ਸ਼ੇਅਰ ਇਟ ਸੀਗਾ ਨਾ, ਉਹਦੇ 'ਚ ਆਪਾਂ ਆਡੀਓ ਹੋਏ, ਵੀਡੀਓ ਹੋਏ, ਹੈ ਨਾ, ਫਾਈਲਸ ਵਗੈਰਾ ਸ਼ੇਅਰ ਕਰ ਲੈਂਦੇ ਸੀਗੇ ਵਿਦਾਊਟ ਇੰਟਰਨੈਟ। ਉਵੇਂ ਹੀ ਡੋਡੋ ਡਰੋਪ ਵਰਕ ਕਰੂਗਾ। ਇਹ ਡਿਵੈਲਪ ਜਿਹਨੇ ਨੇ ਕੀਤਾ, ਇਹਨਾਂ ਦਾ ਨਾਮ ਬਹੁਤ ਇੰਪੋਰਟੈਂਟ ਹੈ। ਇੰਟਰਸਟਿੰਗ ਫੈਕਟ ਇੱਥੇ ਇਹ ਹੈ ਕਿ ਇਹਨਾਂ ਦੀ ਏਜ ਸਿਰਫ 17 ਈਅਰਸ ਦੀ ਹੀ ਹੈ। ਏਜ ਇਹਨਾਂ ਦੀ ਇੰਨੀ ਘੱਟ ਹੈ। ਠੀਕ ਹੈ, ਇਹ ਚੀਜ਼ ਕੀ ਹੈ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਉਸ ਤੋਂ ਇਲਾਵਾ ਦੇਖੋ ਇਹਦੇ ਵਿੱਚ ਵੀ ਕੀ ਹੋਊਗਾ, ਜਿਵੇਂ ਆਪਾਂ ਫਾਈਲ ਵਗੈਰਾ ਸ਼ੇਅਰ ਕਰ ਸਕਦੇ ਹਾਂ, ਹੈ ਨਾ, ਫਾਈਲ ਵਗੈਰਾ ਸ਼ੇਅਰ ਕਰ ਸਕਦੇ ਹਾਂ, ਕੋਈ ਵੀ ਹੋਈ, ਜਿੱਦਾਂ ਆਡੀਓ ਹੋਈ, ਵੀਡੀਓ ਹੋਈ, ਕੋਈ ਟੈਕਸਟ ਫਾਈਲ ਹੋਏ, ਇਮੇਜਸ ਵਗੈਰਾ ਹੋਈਆਂ, ਸਭ ਕੁਛ ਇਹ ਸ਼ੇਅਰ ਹੋ ਜਾਊਗਾ। ਕੁੱਲ ਮਿਲਾ ਕੇ ਸ਼ੇਅਰ ਇਟ ਵਾਂਗੂ ਹੀ ਹੈ। ਸ਼ੇਅਰ ਇਟ ਬਸ ਚਾਈਨਾ ਦਾ ਸੀਗਾ, ਬੈਨ ਹੋ ਗਿਆ, ਉਹਦਾ ਇੱਕ ਸਬਸਟੀਟਿਊਟ ਆਪਾਂ ਲੱਭ ਲਿਆ, ਬਸ ਇੰਨਾ ਕੁ ਸਮਝ ਲਓ। ਠੀਕ ਹੈ, ਡੋਡੋ ਡਰੋਪ ਬਹੁਤ ਇੰਪੋਰਟੈਂਟ ਹੈ, ਧਿਆਨ 'ਚ ਰੱਖਿਓ। ਹਾਂਜੀ, ਨੈਕਸਟ ਨਿਊਜ਼ ਆ ਗਈ ਓਬਚਰੀ ਤੋਂ।
ਇਹ ਵੀ ਨਿਊਜ਼ ਧਿਆਨ ਨਾਲ ਪੜ੍ਹਨ ਵਾਲੀ ਹੈ, ਇੰਪੋਰਟੈਂਟ ਹੈ। ਓਬਚਰੀਜ਼ ਤੋਂ ਮਤਲਬ ਕਿਸੇ ਦੀ ਡੈਥ ਵਗੈਰਾ ਹੋ ਜਾਂਦੀ ਹੈ, ਉਹਨਾਂ ਦੇ ਰਿਲੇਟਡ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਜੇ ਉਹ ਇੰਪੋਰਟੈਂਟ ਰਹਿੰਦੇ ਨੇ ਤਾਂ। ਵਿਲੀਅਮ ਇੰਗਲਿਸ਼ ਦੀ ਡੈਥ ਹੋ ਗਈ ਹੈ ਜੀ, ਕੋ ਕ੍ਰੀਏਟਰ ਸੀ ਇਹ ਮਾਊਸ ਦੇ, ਜਿਹੜਾ ਆਪਾਂ ਕੰਪਿਊਟਰ ਦੇ ਯੂਜ਼ ਦੇ ਟਾਈਮ ਮਾਊਸ ਯੂਜ਼ ਕਰਦੇ ਹਾਂ ਨਾ ਆਪਾਂ, ਹੈ ਨਾ, ਤਾਂ ਉਹਦੇ ਹੀ ਕੋ ਕ੍ਰੀਏਟਰ ਸੀਗੇ। ਜਦੋਂ ਵੀ ਤੁਸੀਂ ਮਾਊਸ ਦਾ ਆਪਾਂ ਕ੍ਰੀਏਟਰ ਸਰਚ ਕਰਾਂਗੇ, ਇੱਕ ਹੋਰ ਨੇਮ ਆਉਂਦਾ ਹੁੰਦਾ ਡੌਗਲਸ ਐਂਜਲਬਰਟ। ਇਹਨਾਂ ਦੀ ਡੈਥ ਤਾਂ ਦੇਖੋ ਪਹਿਲਾਂ ਹੀ ਹੋ ਗਈ ਸੀ, ਬਟ ਇਹਨਾਂ ਦੀ ਵਿਲੀਅਮ ਇੰਗਲਿਸ਼ ਦੀ ਡੈਥ ਰੀਸੈਂਟ ਦੇ ਵਿੱਚ ਹੋਈ ਹੈ, ਠੀਕ ਹੈ। ਤਾਂ ਇਹ ਤੁਸੀਂ ਯਾਦ ਰੱਖਣਾ ਕਿ ਕੀ ਨਾਮ ਹੈ ਇਹਨਾਂ ਦਾ, ਹੈ ਨਾ, ਅਤੇ ਇਹ ਕਾਹਦੇ ਕੋ ਕ੍ਰੀਏਟਰ ਸੀਗੇ, ਯਾਦ ਰੱਖਣਾ। ਹੁਣ ਜੇ ਗੱਲ ਆਈ ਹੈ ਓਬਚਰੀ ਤੋਂ, ਤਾਂ ਆਪਾਂ ਪ੍ਰੀਵੀਅਸ ਨਿਊਜ਼ ਵੀ ਰਿਵਾਈਜ਼ ਕਰ ਲੈਂਦੇ ਹਾਂ। ਪ੍ਰੀਵੀਅਸ ਦੇ ਵਿੱਚ ਪਹਿਲਾਂ ਆਪਾਂ ਕੀਤਾ ਪਿਛਲੇ ਲੈਕਚਰਸ ਦੇ ਵਿੱਚ ਜੌਨ ਹਿਊਮ, ਇਹਨਾਂ ਦੀ ਵੀ ਡੈਥ ਹੋ ਗਈ ਸੀ। ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਹੋਇਆ ਸੀਗਾ, ਹੈ ਨਾ, ਨੋਬਲ ਪੀਸ ਪ੍ਰਾਈਜ਼। ਮੈਂ ਤੁਹਾਨੂੰ ਉੱਥੇ ਨੋਬਲ ਪ੍ਰਾਈਜ਼ ਤੋਂ ਸਾਰੀ ਡਿਟੇਲ ਦੱਸੀ ਸੀ ਕਿ ਕਿੰਨੀਆਂ ਕੈਟਾਗਰੀਜ਼ ਦੇ ਵਿੱਚ ਮਿਲਦਾ ਇਹ, ਹੈ ਨਾ, ਅਤੇ ਕਿਹੜੀ ਕੰਟਰੀ ਦਿੰਦੀ ਹੈ ਕਿਹੜਾ ਅਵਾਰਡ, ਅਤੇ ਕਿਹੜਾ ਅਵਾਰਡ ਕਦੋਂ ਸਟਾਰਟ ਹੋਇਆ ਸੀ। ਇਸ ਲਈ ਤੁਸੀਂ ਪ੍ਰੀਵੀਅਸ ਵੀਡੀਓਜ਼ ਨੂੰ ਚੈੱਕ ਆਊਟ ਕਰ ਲਓ, ਠੀਕ ਹੈ। ਇਸ ਤੋਂ ਇਲਾਵਾ ਇੱਕ ਹੋਰ ਓਬਚਰੀ ਕੀਤੀ ਸੀ ਆਪਾਂ, ਉਹਨਾਂ ਦਾ ਨੇਮ ਸੀਗਾ ਸ਼ਿਰਲੇ ਐਨ ਗਰੋ। ਕੀ ਨਾਮ ਸੀਗਾ? ਸ਼ਿਰਲੇ ਐਨ ਗਰੋ, ਠੀਕ ਹੈ। ਇਹਨਾਂ ਨੂੰ ਮਿਲਿਆ ਹੋਇਆ ਸੀਗਾ ਜੀ ਪੁਲਟੀਜ਼ਰ ਪ੍ਰਾਈਜ਼ ਮਿਲਿਆ ਹੋਇਆ ਸੀ। ਇਹ ਇੱਕ ਨੋਵੈਲਿਸਟ ਵੀ ਸੀਗੇ ਅਤੇ ਸਟੋਰੀ ਰਾਈਟਰ ਵੀ ਸੀਗੇ। 6 ਇਹਨਾਂ ਨੇ ਨੋਵਲ ਲਿਖੇ ਹੋਏ ਸੀਗੇ ਅਤੇ ਸਟੋਰੀਆਂ 4 ਲਿਖੀਆਂ ਹੋਈਆਂ ਸੀ। ਦੀ ਬਲੈਕ ਪ੍ਰਿੰਸ ਇਹਨਾਂ ਦੀ ਪਹਿਲੀ ਜਿਹੜੀ ਬੁੱਕ ਸੀਗੀ, ਠੀਕ ਹੈ। ਇਹ ਓਬਚਰੀ ਤੋਂ ਰਿਵਾਈਜ਼ ਰੱਖਣਾ ਹੈ ਤੁਸੀਂ, ਆਪਾਂ ਪ੍ਰੀਵੀਅਸ ਦੇ ਵਿੱਚ ਕਰਕੇ ਹਟੇ ਹਾਂ। ਹਾਂਜੀ, ਅਗਲੀ ਨਿਊਜ਼ ਸਪੋਰਟਸ ਤੋਂ। ICC ਮੈਨਸ T20 ਵਰਲਡ ਕੱਪ 2020 ਪੋਸਟਪੋਨ ਡਿਊ ਟੂ COVID-19 ਹੈਲਡ ਇਨ ਆਸਟ੍ਰੇਲੀਆ ਇਨ 2022। ਹਾਂਜੀ, ICC ਮੈਨ T20 ਵਰਲਡ ਕੱਪ 2020 ਹੈ ਜਿਹੜਾ ਇਹ ਪੋਸਟਪੋਨ ਕਰਤਾ। ਦੇਖੋ ਸਾਰੀਆਂ ਗੇਮਸ ਹੀ ਆਲਮੋਸਟ ਪੋਸਟਪੋਨ ਹੋ ਰਹੀਆਂ ਨੇ ਕਿਉਂਕਿ ਕਰੋਨਾ ਬਹੁਤ ਸਪਰੈਡ ਹੋ ਚੁੱਕਿਆ। COVID-19 ਦੀ ਫੁੱਲ ਫਾਰਮ ਤੁਹਾਨੂੰ ਰਿਵਾਈਜ਼ ਕਰਾ ਦਿੰਦੀ ਹਾਂ ਦੁਬਾਰਾ ਤੋਂ, ਕਰੋਨਾ ਵਾਇਰਸ ਡਿਸੀਜ਼ 2019 ਦੀ ਫੁੱਲ ਫਾਰਮ ਹੈ, ਠੀਕ ਹੈ। ਅਤੇ ਇਹ ਕਰੋਨਾ ਕਰਕੇ ਇਹ ਪੋਸਟਪੋਨ ਹੋ ਗਿਆ, ਹੈ ਨਾ, ਬਟ ਹੁਣ ਹੈਲਡ ਕਦੋਂ ਹੋਊਗਾ? ਆਸਟ੍ਰੇਲੀਆ ਦੇ ਵਿੱਚ 2022 ਦੇ ਵਿੱਚ, ਠੀਕ ਹੈ। ਇਹਨੂੰ ਯਾਦ ਰੱਖਣਾ। ਅੱਛਾ, ਜੇ ਇਸ ਤੋਂ ਇਲਾਵਾ ਆਪਾਂ 2021 ਵਾਲੇ ਦੀ ਗੱਲ ਕਰੀਏ, 2021 ਵਾਲਾ ਉਹਨੂੰ ਹੋਸਟ ਕੌਣ ਕਰੂਗਾ? ਇੰਡੀਆ ਦੇ ਵਿੱਚ ਹੋਊਗਾ, ਮੋਸਟ ਇੰਪੋਰਟੈਂਟ ਯਾਦ ਰੱਖਣਾ, ਠੀਕ ਹੈ। ਅਤੇ ਇਸ ਤੋਂ ਇਲਾਵਾ ਜੇ ਆਪਾਂ ICC ਦੀ ਗੱਲ ਕਰੀਏ, ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ, ਇਹਦੇ CEO ਅਤੇ ਹੈੱਡਕੁਆਟਰ ਯਾਦ ਰੱਖਣੇ ਆ ਤੁਸੀਂ। ਹੈੱਡਕੁਆਟਰ ਹੈ ਜੀ ਇਹਦਾ ਦੁਬਈ ਦੇ ਵਿੱਚ। CEO ਦਾ ਨਾਮ ਹੈ ਇਹਨਾਂ ਦਾ ਮਨੂ ਸਾਹਨੀ, ਨਾਮ ਯਾਦ ਰੱਖਣਾ ਹੈ। ਹਾਂਜੀ, ਉਸ ਤੋਂ ਅੱਗੇ ਆ ਜਾਓ। ਅਦਰਸ ਦੇ ਵਿੱਚ ਲਾਸਟ ਆਪਣੀ ਨਿਊਜ਼ ਹੈ 23 ਕੇਂਦਰੀ ਵਿਦਿਆਲਿਆ ਸੈਟਅਪ ਇਨ JNK ਟੂ ਇਨਹਾਂਸ ਸਕੂਲ ਐਜੂਕੇਸ਼ਨ ਇਨਫਰਾਸਟਰਕਚਰ। 23 ਕੇਂਦਰੀ ਵਿਦਿਆਲਿਆ ਖੋਲ੍ਹੇ ਗਏ ਨੇ, ਸੈਟਅਪ ਕਰਨੇ ਨੇ ਕਿੱਥੇ? JNK ਦੇ ਵਿੱਚ, ਠੀਕ ਹੈ। ਕਿਸ ਚੀਜ਼ ਨੂੰ ਇਨਹੈਂਸ ਕਰਨਾ ਹੈ? ਸਕੂਲ ਐਜੂਕੇਸ਼ਨ ਇਨਫਰਾਸਟਰਕਚਰ ਨੂੰ ਬੂਸਟ ਅਪ ਕਰਨਾ ਹੈ, ਠੀਕ ਹੈ। ਇਹ 'ਤੇ ਤੁਸੀਂ ਨੰਬਰ ਯਾਦ ਰੱਖਣਾ ਹੈ ਕਿ 23 ਹੈ, ਠੀਕ ਹੈ। 23 ਤੁਹਾਨੂੰ ਨੰਬਰ ਯਾਦ ਹੋਣਾ ਚਾਹੀਦਾ। ਇਸ ਤੋਂ ਇਲਾਵਾ ਜੇ JNK ਆਇਆ ਤਾਂ JNK ਤੋਂ ਆਪਾਂ ਕੁਝ ਕੁ ਚੀਜ਼ਾਂ ਰਿਵਾਈਜ਼ ਕਰ ਸਕਦੇ ਹਾਂ, ਲਾਈਕ ਇਹਦੀ ਕੈਪੀਟਲ। ਹੁਣ JNK ਦੀ ਜਿਹੜੀ ਸਮਰ ਕੈਪੀਟਲ ਹੈ ਉਹ ਕਿਹੜੀ ਹੈ? ਸ਼੍ਰੀਨਗਰ। ਵਿੰਟਰ ਕੈਪੀਟਲ ਹੈਗੀ ਹੈ ਜਿਹੜੀ ਇਹਦੀ, ਉਹ ਹੈਗੀ ਜੰਮੂ, ਯਾਦ ਰੱਖਣਾ। ਹਾਂਜੀ, ਲੈਫਟੀਨੈਂਟ ਗਵਰਨਰ ਦਾ ਨਾਮ, ਚਲੋ ਇਹ ਮੈਂ ਦੱਸਦੀ ਨਹੀਂ, ਤੁਹਾਡੇ ਲਈ ਪੈਂਡਿੰਗ ਛੱਡਿਆ। ਲੈਫਟੀਨੈਂਟ ਗਵਰਨਰ ਦਾ ਨਾਮ ਮੈਨੂੰ ਤੁਸੀਂ ਦੱਸੋ, ਕਰਵਾਇਆ ਹੋਇਆ ਪ੍ਰੀਵੀਅਸ ਲੈਕਚਰ ਦੇ ਵਿੱਚ, ਠੀਕ ਹੈ। ਅਤੇ ਇੱਕ ਮੈਨੂੰ ਆਰਟੀਕਲ ਦੱਸੋ ਕਿ JNK ਤੋਂ ਕਿਹੜਾ ਆਰਟੀਕਲ ਰਿਮੂਵ ਕੀਤਾ ਗਿਆ ਸੀ। 2 ਕੁਐਸਚਨ ਤੁਹਾਡੇ ਲਈ ਹੈ। ਲੈਫਟੀਨੈਂਟ ਗਵਰਨਰ ਕੌਣ ਨੇ JNK ਦੇ? ਇਹ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਕੇ ਜਾਈਓ, ਠੀਕ ਹੈ। ਇਸ ਤੋਂ ਇਲਾਵਾ ਕਿ ਆਪਣਾ ਜਿਹੜਾ ਆਰਟੀਕਲ ਕਿਹੜੇ ਰਿਮੂਵ ਕੀਤੇ ਗਏ ਸੀਗੇ JNK ਤੋਂ, ਠੀਕ ਹੈ, ਇਹ ਦੱਸ ਕੇ ਜਾਈਓ, ਠੀਕ ਹੈ। ਦੱਸਣਾ ਤਾਂ ਮੈਂ ਹੀ ਸੀਗਾ, ਬਟ ਚਲੋ ਦੇਖਦੇ ਹਾਂ ਤੁਸੀਂ ਕਿੰਨੇ ਕੁ ਪ੍ਰੀਵੀਅਸ ਲੈਕਚਰਸ ਦੇਖੇ ਹੋਏ ਨੇ ਅਤੇ ਪਤਾ ਲੱਗ ਜੂਗਾ, ਹੈ ਨਾ। ਹਾਂਜੀ, ਇੱਕ ਵਾਰ ਦੁਬਾਰਾ ਤੋਂ ਸਮ ਅਪ ਕਰ ਲੈਂਦੇ ਹਾਂ ਆਪਾਂ ਕੀ ਕੀਤਾ। ਸਭ ਤੋਂ ਪਹਿਲਾਂ ਆਪਾਂ ਇੰਪੋਰਟੈਂਟ ਡੇਜ਼ ਕੀਤੇ, ਦੇ ਵਿੱਚ 9 ਅਗਸਤ ਕੀਤਾ ਕਿ ਵਰਲਡ ਟਰਾਈਬਲ ਡੇ ਮਨਾਇਆ ਜਾਂਦਾ, ਜਿਹਦਾ ਥੀਮ ਹੈ COVID-19 ਐਂਡ ਇੰਡੀਜੈਨਸ ਪੀਪਲ ਰੈਸੀਲੈਂਸ। ਇਹ ਯਾਦ ਰੱਖਣਾ। ਰੈਂਕ ਦੇ ਵਿੱਚ ਆਪਾਂ ਬਲੂਮਬਰਗ ਦੀ ਰਿਪੋਰਟ ਕੀਤੀ ਸੀ ਕਿ ਰਿਚੈਸਟ ਪਰਸਨ ਦੀ ਰਿਪੋਰਟ ਦਿੱਤੀ ਹੈ। 4ਥੇ ਨੰਬਰ 'ਤੇ ਮੁਕੇਸ਼ ਅੰਬਾਨੀ ਨੇ, ਰਿਲਾਇੰਸ ਜੀਓ ਨਾਲ ਇਹ ਰਿਲੇਟਡ ਹੈ, ਠੀਕ ਹੈ। ਪਹਿਲੇ ਨੰਬਰ 'ਤੇ ਕੌਣ ਹੈ? ਜੈਫ ਬੈਜ਼ਸ। ਦੂਜੇ 'ਤੇ ਬਿਲ ਗੇਟਸ। ਤੀਜੇ 'ਤੇ ਮਾਰਕ ਜ਼ਕਰਬਰਗ ਅਤੇ ਚੌਥੇ 'ਤੇ ਮੁਕੇਸ਼ ਅੰਬਾਨੀ।
कोविड-19 हॉस्पिटल योगी आदित्यनाथ ने इनैगोरेट किया। 400 बैड की कैपेसिटी है ਇਹਦੀ इस हॉस्पिटल की। नोएडा मतलब गौतम बुद्ध नगर ਦੇ ਵਿੱਚ ਇਹ ਇਨੈਗੋਰੇਟ ਕੀਤਾ। ਦੁਨੀਆ ਦਾ ਜੇ ਕੋਵਿਡ ਕੇਅਰ ਸਭ ਤੋਂ ਵੱਡਾ ਸੈਂਟਰ ਪੁੱਛ ਲੈਣ, ਕੋਵਿਡ ਕੇਅਰ ਸੈਂਟਰ ਲਾਰਜੈਸਟ ਵਰਲਡ ਦਾ ਕਿੱਥੇ ਹੈ? ਬੈਂਗਲੁਰੂ ਦੇ ਵਿੱਚ 10,100 ਬੈੱਡ ਦੀ ਉਹਦੀ ਕੈਪੈਸਿਟੀ ਹੈ। ਠੀਕ ਹੈ। ਦਿੱਲੀ ਦੇ ਵਿੱਚ ਕਿਹੜਾ ਹੈ? ਦੂਜੇ ਨੰਬਰ ਦਾ, ਮਤਲਬ ਵਰਲਡ ਸੈਕਿੰਡ ਲਾਰਜੈਸਟ ਕੋਵਿਡ ਕੇਅਰ ਸੈਂਟਰ ਕਿੱਥੇ ਹੈਗਾ? ਦਿੱਲੀ ਦੇ ਵਿੱਚ। 10,000 ਬੈੱਡ ਦੀ ਉਹਦੀ ਕੀ ਹੈ? ਕੈਪੈਸਿਟੀ ਹੈ। ਇਹ ਵੀ ਤੁਸੀਂ ਯਾਦ ਰੱਖਣਾ ਇਹਦੇ ਤੋਂ। ਸੈਨੀਟਾਈਜੇਸ਼ਨ ਸੈਂਟਰ ਦੀ ਜੇ ਗੱਲ ਕਰੀਏ, ਨਰਿੰਦਰ ਮੋਦੀ ਜੀ ਨੇ ਇਨੈਗੋਰੇਟ ਕੀਤਾ ਇਹ। ਰਾਜਘਾਟ ਦਿੱਲੀ, ਰਾਜਘਾਟ ਬਾਰੇ ਮੈਂ ਤੁਹਾਨੂੰ ਦੱਸਤਾ ਹੈ ਨਾ ਕਿ ਮਹਾਤਮਾ ਗਾਂਧੀ ਜੀ ਦੀ ਸਮਾਧੀ ਸਥਲ ਹੈ ਅਤੇ ਇੱਕ ਨਾਰਾ ਦਿੱਤਾ ਸੀਗਾ ਇਹਨਾਂ ਨੇ, ਗੰਦਗੀ ਭਾਰਤ ਛੋੜੋ। ਇਹ ਵੀ ਯਾਦ ਰੱਖਣਾ ਹੈ। ਅਪੁਆਇੰਟਮੈਂਟ PM ਸ਼੍ਰੀਲੰਕਾ ਦੇ ਅਪੁਆਇੰਟ ਹੋਏ ਨੇ ਮਹਿੰਦਾ ਰਾਜਪਕਸ਼ਾ ਚੌਥੀ ਵਾਰੀ। ਹਰਦਿਆਲ ਪ੍ਰਸਾਦ MD ਤੇ CEO ਕਿਹਦੇ ਨੇ? PNB ਹਾਊਸਿੰਗ ਫਾਈਨਾਂਸ ਦੇ। ਅਵਾਰਡ ਸਿਤਾਰੇ ਕੈਦ ਆਜ਼ਮ ਜਿਹੜਾ ਅਵਾਰਡ ਹੈ ਅਲੀ ਸਾഹിਨ ਨੂੰ ਪਾਕਿਸਤਾਨ ਦੁਆਰਾ ਦਿੱਤਾ ਜਾਊਗਾ। ਤੁਰਕੀ ਦੇ ਸੰਸਦ ਨੇ ਇਹ। ਠੀਕ ਹੈ। ਅਤੇ ਤੁਰਕੀ ਨਾਲ ਆਪਣੇ ਜਿਹੜੇ ਰਿਲੇਸ਼ਨਸ ਨੇ ਸਟਰੋਂਗ ਕਰਨ ਦੇ ਲਈ। ਦੀਪਾਂਕਰ ਘੋਸ਼ ਨੂੰ ਕਿਹੜਾ ਅਵਾਰਡ ਮਿਲਿਆ? ਪ੍ਰੇਮ ਭਾਟੀਆ 2020 ਦਾ ਅਵਾਰਡ ਹੈ ਇਹ। ਠੀਕ ਹੈ। ਇੰਡੀਅਨ ਐਕਸਪ੍ਰੈਸ ਦੇ ਇਹ ਕੀ ਨੇ? ਰਿਪੋਰਟਰ ਨੇ। ਸਾਇੰਸ ਐਂਡ ਟੈਕਨੋਲੋਜੀ ਦਾ ਡੋਡੋ ਡ੍ਰੌਪ ਯਾਦ ਰੱਖਣਾ ਤੁਸੀਂ ਕਿ ਇਹ ਸ਼ੇਅਰ ਦਾ ਸਬਸਟੀਟਿਊਟ ਹੈ। ਸਬਸਟੀਟਿਊਟ ਤਾਂ ਨਹੀਂ, ਮੀਨਸ ਡਿਵੈਲਪ ਕਿਹਨੇ ਕੀਤਾ ਹੈ ਅਤੇ ਇਹ ਕਿਸ ਚੀਜ਼ ਦੇ ਕੰਮ ਆਉਂਦਾ? ਫਾਈਲ ਸ਼ੇਅਰਿੰਗ ਐਪ ਹੈ। ਇਹ ਚੀਜ਼ ਯਾਦ ਰੱਖ ਲਿਓ। ਔਬਚਰੀ ਤੋਂ ਕੀਤਾ ਆਪਾਂ ਵਿਲੀਅਮ ਇੰਗਲਿਸ਼ ਜਿਹੜੇ ਕਿ ਕੋ ਕ੍ਰੀਏਟਰ ਸੀ ਮਾਊਸ ਦੇ। ਇੱਕ ਡੌਗਲਸ ਵੀ ਨਾਮ ਯਾਦ ਰੱਖਣਾ ਤੁਸੀਂ। ਠੀਕ ਹੈ। ਇਹਨਾਂ ਦੀ ਡੈਥ ਹੋ ਗਈ ਰੀਸੈਂਟ ਦੇ ਵਿੱਚ। ICC ਮੈਨ T20 ਵਰਲਡ ਕੱਪ ਹੈ ਜਿਹੜਾ ਇਹ ਪੋਸਟਪੋਨ ਹੋ ਗਿਆ। 2022 ਦੇ ਵਿੱਚ ਆਸਟ੍ਰੇਲੀਆ 'ਚ ਹੈਲਡ ਹੋਊਗਾ। 2021 ਦੇ ਵਿੱਚ ਕਿੱਥੇ ਹੈਲਡ ਹੋਣਾ ਹੈ? ਇੰਡੀਆ। ਅਦਰਸ ਦੇ ਵਿੱਚ ਆਪਾਂ ਕੀਤਾ 23 ਕੇਂਦਰੀ ਵਿਦਿਆਲਿਆ ਸੈਟਅਪ ਹੋਣੇ ਆ J&K ਦੇ ਵਿੱਚ। ਕੀ ਇਸ ਚੀਜ਼ ਨੂੰ ਇਨਹੈਂਸ ਕਰਨ ਦੇ ਲਈ? ਸਕੂਲ ਐਜੂਕੇਸ਼ਨ ਇਨਫਰਾਸਟਰਕਚਰ ਨੂੰ। ਠੀਕ ਹੈ ਜੀ। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਇੱਕ ਵਾਰ ਕਮੈਂਟ ਕਰਕੇ ਜਿਹੜੇ ਕੁਐਸਚਨ ਤੁਹਾਨੂੰ 2 ਪੁੱਛੇ ਨੇ ਉਹਨਾਂ ਦਾ ਆਨਸਰ ਜ਼ਰੂਰ ਦੇ ਕੇ ਜਾਣਾ ਔਰ ਆਪਣਾ ਫੀਡਬੈਕ ਜ਼ਰੂਰ ਦੱਸ ਦਿਓ। ਠੀਕ ਹੈ ਕਿ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ। ਅਨਅਕੈਡਮੀ 'ਤੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ, ਉਹਨਾਂ ਨੂੰ ਤੁਸੀਂ ਚੈੱਕਆਊਟ ਕਰ ਸਕਦੇ ਹੋ। ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਹਨਾਂ ਦਾ ਲਿੰਕ ਪਿਆ। ਇਹ ਨੰਬਰ ਜੋ ਤੁਹਾਡਾ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਇਸ ਨੰਬਰ 'ਤੇ ਕੰਟੈਕਟ ਕਰਕੇ ਆਪਣੇ ਡਾਊਟ ਵਗੈਰਾ ਜੇ ਤੁਹਾਨੂੰ ਕੁਛ ਹੈਗਾ ਉਹ ਕਲੀਅਰ ਕਰ ਸਕਦੇ ਹੋ। ਠੀਕ ਹੈ ਜੀ। ਕੋਈ ਅਦਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਲੈ ਸਕਦੇ ਹੋ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਮਿਲਦੇ ਹਾਂ ਨੈਕਸਟ ਵੀਡੀਓ 'ਚ। ਥੈਂਕ ਯੂ ਸੋ ਮਚ।